किसान भवन ਦੇ ਵਿੱਚ ਜਥੇਬੰਦੀਆਂ ਵੱਲੋਂ ਕਿਸਾਨ ਜਥੇਬੰਦੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਤਾਂ ਆਪਾਂ ਦੇਖਾਂਗੇ ਕਿ ਮੀਟਿੰਗ ਦੇ ਵਿੱਚ ਹੁਣ ਅੱਗੇ ਕੀ ਰਾਹ ਲਿਖਿਆ ਗਿਆ ਤੇ ਦੂਸਰੇ ਪਾਸੇ ਬੀਜੇਪੀ ਦੇ ਜੋ ਜ਼ਿਲ੍ਹਾ ਪੱਧਰ ਉੱਤੇ ਵਰਕਰ ਹੈਗੇ ਨੇ ਉਹਨਾਂ ਦਾ ਘਿਰਾਓ ਕਰਨ ਜਾ ਰਹੇ ਨੇ। ਔਰ ਕੱਲ ਜੋ ਇੱਕ ਘਟਨਾ ਵਾਪਰੀ ਕਿ ਹਰਿਆਣਾ ਦੇ ਵਿੱਚ ਉੱਥੇ ਜਾ ਕੇ ਐਲਾਨ ਕੀਤਾ ਗਿਆ ਸੀ ਕਿ ਉਹ ਮੋਦੀ ਦਾ ਪੁਤਲਾ ਫੂਕਣਗੇ ਕਿਸਾਨਾਂ ਵੱਲੋਂ, ਪਰ ਉਹਨਾਂ ਤੇ ਪਰਚੇ ਹੋ ਗਏ ਨੇ। ਸਾਡੇ ਨਾਲ ਸਮੇਂ ਮੌਜੂਦ ਨੇ ਰਾਜੋ ਸਾਹਿਬ। ਪਹਿਲਾਂ ਮੈਂ ਜ਼ਿਕਰ ਕਰੂੰਗਾ ਕਿ ਕੱਲ ਹਰਿਆਣਾ ਦੇ ਵਿੱਚ ਇੱਕ ਅਨਾਉਂਸਮੈਂਟ ਹੋਈ ਸੀ ਕਿ ਮੋਦੀ ਦਾ ਪੁਤਲਾ ਫੂਕਿਆ ਜਾਏਗਾ, ਪਰ ਉਸ ਤੋਂ ਪਹਿਲਾਂ ਹੀ ਪਰਚੇ ਦਰਜ ਹੋ ਜਾਂਦੇ ਨੇ। ਹੁਣ ਕੀ ਤੁਸੀਂ ਮੋਦੀ ਦੇ ਪੁਤਲੇ ਫੂਕੋਗੇ ਉਹ ਕੱਲ ਨੂੰ ਜੇ ਤੁਹਾਡੇ ਪਰਚੇ ਦਰਜ ਹੋ ਗਏ? ਇਹ ਪੁਰਚਿਆਂ ਤੇ ਡਰ ਕੇ ਨਹੀਂ, ਐਜੀਟੇਸ਼ਨਾਂ ਲੜੀਆਂ ਜਾਂਦੀਆਂ, ਬੜਾ ਕੁਝ ਹੁੰਦਾ ਜੋ ਜਿਹੜਾ ਅਸੀਂ ਫੈਸਲਾ ਕਰ ਲਿਆ ਹੋਏਗਾ। 17 ਤਰੀਕ ਨੂੰ ਉਹਦੇ ਪੁਤਲੇ ਫੂਕਣੇ ਨੇ ਉਹ ਜਿੰਨੇ ਪਰਚੇ ਦਰਜ ਕਰਨੇ ਕਰ ਲੈਣ, ਨੋ ਪ੍ਰੋਬਲਮ। ਜੇ ਹਰਿਆਣੇ 'ਚ ਪਰਚੇ ਜਿਵੇਂ ਦਰਜ ਹੋਦੇ ਨੇ ਫਿਰ ਤੁਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹੋ ਕਿ ਹਰਿਆਣੇ 'ਚ ਕੰਮ ਨਹੀਂ ਹੋਣਾ ਚਾਹੀਦਾ ਸੀ? ਨਹੀਂ, ਉਹਨਾਂ ਦੀ ਸਰਕਾਰ ਹੈ ਇਸ ਕਰਕੇ ਕਰਦੇ ਨੇ, ਪਰ ਉਹਦੇ ਨਾਲ ਉੱਥੇ ਅੰਦੋਲਨ ਨਹੀਂ ਦਬਣ ਵਾਲਾ, ਉਹ ਸਗੋਂ ਹੋਰ ਤੇਜ਼ ਹੋਏਗਾ। ਉਹਨਾਂ ਦੇ ਤਾਂ ਨੱਕ 'ਚ ਦਮ ਆਇਆ ਹੈ। ਜਿਵੇਂ ਇੱਥੇ ਅਸੀਂ ਪੰਜਾਬ 'ਚ ਪੈਰਾਂ 'ਚ ਅੱਗ ਬਾਲ ਕੇ ਹਰਸਿਮਰਤ ਨੂੰ ਮਜਬੂਰ ਕੀਤਾ ਵੀ ਉਹ ਅਸਤੀਫਾ ਦੇਵੇ, ਐਨਡੀਏ ਤੋਂ ਬਾਹਰ ਆ ਗਏ ਨਾ ਅਕਾਲੀ, ਤੇ ਹੁਣ ਉੱਥੇ ਜਿਹੜਾ ਉਹਨਾਂ ਦਾ ਡਿਪਟੀ ਚੀਫ ਮਿਨਿਸਟਰ ਉਹਦੇ ਦਰਾਂ ਮੂਹਰੇ ਬੈਠੇ ਨੇ ਲੋਕੀ ਕਿਸਾਨ ਇਕੱਠੇ ਹੋਏ, ਤੇ ਨਾਲੇ ਉਹਦਾ ਭਰਾ ਜਿਹੜਾ ਇਰੀਗੇਸ਼ਨ ਮਿਨਿਸਟਰ ਹੈ ਉਹਨਾਂ ਨੂੰ ਦੋਹਾਂ ਨੂੰ ਕਹਿੰਦੇ ਨੇ ਦੋ ਅਸਤੀਫਾ। ਉਹਨਾਂ ਨੂੰ ਤਾਂ ਤਕਲੀਫ ਹੋਏਗੀ, ਤੇ ਇਹ ਬਹੁਤ ਸਮੀਕਰਨ ਬਦਲਣਗੇ, ਇਹਦੀ ਸਾਨੂੰ ਕੋਈ ਪਰਵਾਹ ਨਹੀਂ ਹੈ, ਚੱਲਦਾ ਰਹਿੰਦਾ ਹੈ। ਅਸੀਂ ਜਿੰਨੇ ਮਰਜ਼ੀ ਕੇਸ ਕੂਸ ਹੋਣ ਉਹਨਾਂ ਦੀ ਕੋਈ ਪਰਵਾਹ ਨਹੀਂ ਹੁੰਦੀ। ਜਿਵੇਂ ਤੁਸੀਂ ਕੱਲ੍ਹ ਨੂੰ ਉੱਥੋਂ ਬਾਹਰ ਨਿਕਲੇ ਹੋ, ਪਤਾ ਲੱਗ ਗਿਆ ਤੁਹਾਡੀ ਗੱਲ ਨਹੀਂ ਬਣੀ, ਉੱਥੇ ਜਾ ਕੇ ਸੈਕਟਰੀ ਕੋਲ ਗਏ ਹੋ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਨਾਲ ਦੀ ਇੱਕ ਪ੍ਰੈਸ ਕਾਨਫਰੰਸ ਕਰਤੀ 4:30 ਵਜੇ। ਫਿਰ ਸ਼੍ਰੋਮਣੀ ਅਕਾਲੀ ਦਲ ਦੇ ਕਿੱਦਾਂ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਰਦੇ ਨੇ, ਜੋ 3 ਮੈਂਬਰ ਦੀ ਕਮੇਟੀ ਵੀ ਬਣਾ ਦਿੱਤੀ ਹੈ ਕਿ ਸਾਡੀ ਉਹ ਕਿਸਾਨ ਜਥੇਬੰਦੀ ਨਾਲ ਆ ਕੇ ਗੱਲਬਾਤ ਕਰੇਗੀ? ਹਰ ਪੋਲੀਟੀਕਲ ਪਾਰਟੀ ਅੱਜ ਸਾਨੂੰ ਸਪੋਰਟ ਕਰਦੀ ਹੈ ਕਿਉਂਕਿ ਆਪੋ ਆਪਣੀ ਪੋਲੀਟੀਕਲ ਜ਼ਮੀਨ ਉਹ ਤਲਾਸ਼ ਕਰਦੀ ਹੈ। ਸਾਡੇ ਉੱਦਾਂ ਪੋਲੀਟੀਸ਼ੀਅਨ ਕਦੇ ਕਿਸੇ ਦਾ ਸਕਾ ਨਹੀਂ ਹੁੰਦਾ, ਉਹ ਆਪਣੇ ਰਾਜਨੀਤੀ ਵਾਸਤੇ ਸਾਨੂੰ ਸਪੋਰਟ ਕਰ ਰਹੇ ਨੇ, ਉਹਨਾਂ ਨੂੰ ਜ਼ਰੂਰਤ ਹੈ, ਉਹ ਕਰਦੇ ਨੇ, ਧੰਨਵਾਦ ਉਹਨਾਂ ਦਾ। ਪਰ ਅਸੀਂ ਉਹਨਾਂ ਨੂੰ ਕੁਝ ਨਹੀਂ ਕਿਹਾ, ਨਾ ਅਸੀਂ ਉਹਨਾਂ ਦੀ ਇਹ ਸਟੇਟਮੈਂਟ ਦਾ ਵਿਰੋਧ ਕੀਤਾ, ਨਾ ਇਹ 'ਤੇ ਕੋਈ ਕਮੈਂਟ ਕਰਨਾ। ਜਿਸ ਤਰ੍ਹਾਂ ਕੱਲ੍ਹ ਤੁਸੀਂ ਬਾਹਰ ਆਏ ਹੋ ਸਾਰੇ ਜਦੋਂ ਤੁਸੀਂ ਇਹ ਸਾਰਾ ਮਾਮਲਾ ਆਇਆ ਸੀ ਤੁਸੀਂ ਬਾਹਰ ਆ ਕੇ ਗੱਲ ਨਹੀਂ ਬਣੀ, ਮੈਂ ਖੁਦ ਕਿਸਾਨਾਂ ਵਿੱਚ ਮੌਜੂਦ ਸੀ। ਕਿਸਾਨ ਇਹ ਕਹਿ ਰਹੇ ਸੀ ਜਦੋਂ ਹੀ ਖਬਰ ਆਈ ਕਿ ਬਹੁਤ ਹਮਾਇਤ ਕਰ ਰਹੇ ਸੀ ਕਿ ਸਾਡੇ ਜਥੇਬੰਦੀ ਨੇ ਜੋ ਵੀ ਕੰਮ ਕੀਤਾ ਬਿਲਕੁਲ ਸਹੀ ਕੀਤਾ। ਹੁਣ ਸਵਾਲ ਇਹ ਵੀ ਉੱਠੇ ਨੇ ਕਿ ਇਸ ਜਗ੍ਹਾ ਦੇ ਉੱਤੇ, ਤੁਹਾਡੀ ਜਗ੍ਹਾ ਦੇ ਉੱਤੇ, ਜਥੇਬੰਦੀ ਦੀ ਜਗ੍ਹਾ ਦੇ ਉੱਤੇ ਕੱਲ੍ਹ ਨੂੰ 7 ਕੋਈ ਰਾਜਨੀਤੀ ਪਾਰਟੀਆਂ ਦੇ ਵਰਕਰ ਜਾਣਦੇ ਕਿ ਗੱਲ ਸਿਰੇ ਲੱਗ ਜਾਂਦੀ? ਨਹੀਂ, ਜੇ ਜਿੰਨੀ ਦੇਰ ਸਰਕਾਰ ਦਾ ਮਨ ਨਾ ਹੋਵੇ ਉਦੋਂ ਤੇ ਗੱਲ ਸਿਰੇ ਨਹੀਂ ਚੜ੍ਹਦੀ ਹੁੰਦੀ। ਇਹ ਸਰਕਾਰ ਦੀ ਬੇਈਮਾਨੀ ਸੀ। ਤੁਸੀਂ ਇਮੈਜਿਨ ਕਰੋ, ਜਿਹੜੀ ਪਹਿਲੀ ਚਿੱਠੀ ਸਾਨੂੰ ਆਈ ਮੀਟਿੰਗ ਦੀ, ਉਹਦੇ ਤੇ ਉਹ ਸਾਨੂੰ ਲਿਖਦੇ ਨੇ ਵੀ ਜੀ ਆਓ ਅਸੀਂ ਤੁਹਾਨੂੰ ਸਮਝਾਈਏ ਤੇ ਫਾਇਦੇ ਕਿੰਨੇ ਨੇ। ਅਸੀਂ ਕਹੇ ਸਾਨੂੰ ਮੂਰਖ ਸਮਝਦੇ, ਅਸੀਂ ਰਿਜੈਕਟ ਕਰਤੀ। ਦੁਬਾਰਾ ਚਿੱਠੀ ਆਈ ਵੀ ਕਿਸਾਨ ਅੰਦੋਲਨ ਚੱਲ ਰਿਹਾ ਪੰਜਾਬ 'ਚ, ਅਸੀਂ ਤੁਹਾਡੇ ਨਾਲ ਇਸ ਮਸਲੇ 'ਤੇ ਗੱਲ ਕਰਨੀ ਚਾਹੁੰਦੇ ਹਾਂ, ਆਓ। ਅਸੀਂ ਇਮੀਡੀਏਟਲੀ ਉਹਨਾਂ ਨੂੰ ਇੱਕ ਮੇਲ ਕੀਤੀ, ਸਾਨੂੰ ਦੱਸਿਆ ਜਾਏ ਵੀ ਕਿਹੜਾ ਮੰਤਰੀ ਸਾਡੇ ਨਾਲ ਬੈਠੂਗਾ। ਉਹਨਾਂ ਨੇ ਸਾਨੂੰ ਜਵਾਬ ਨਹੀਂ ਦਿੱਤਾ। ਸਾਡੇ ਸਾਹਮਣੇ ਫਿਰ ਸਵਾਲ ਸੀ ਵੀ ਜੇ ਅਸੀਂ ਨਾ ਗਏ ਇਹਨਾਂ ਨੇ ਬਹਾਨਾ ਪਾੜਨਾ ਵੀ ਦੇਖੋ ਜੀ ਉਹ ਤਾਂ ਗੱਲਬਾਤ ਤੋਂ ਭੱਜਦੇ ਆ। ਅਸੀਂ ਇਹਦੇ ਬਾਵਜੂਦ ਚਲੇ ਗਏ। ਜਦ ਉੱਥੇ ਗਏ ਉੱਥੇ ਸਾਰੇ ਅਫਸਰ ਬੈਠੇ ਸੀ। ਸਾਡਾ ਸਵਾਲ ਹੀ ਉਹਨਾਂ 'ਤੇ ਸੀ ਵੀ ਤੁਸੀਂ ਤਾਂ ਇੰਪਲੀਮੈਂਟ ਕਰਨ ਵਾਲੇ ਲੋਕ ਹੋ, ਤੁਹਾਨੂੰ ਤਾਂ ਅਧਿਕਾਰ ਹੀ ਨਹੀਂ, ਜੋ ਉਹਨਾਂ ਨੇ ਪਾਸ ਕਰਤਾ ਕਾਨੂੰਨ ਬਣਾਤਾ ਉਹਨੂੰ ਲਾਗੂ ਕਰਨਾ ਹੈ। ਤੇ ਜਿਹੜਾ ਲਾ ਮੇਕਿੰਗ ਬੋਡੀ ਹੈ ਉਹ ਕਿੱਥੇ ਹੈ? ਜਿਹੜਾ ਪੋਲੀਟੀਕਲ ਲੀਡਰਸ਼ਿਪ ਜਿਨ੍ਹਾਂ ਨੇ ਕਾਨੂੰਨ ਬਣਾਇਆ, ਜਿਨ੍ਹਾਂ ਦੇ ਕੋਲ ਅਧਿਕਾਰ ਹੈ ਵਾਪਸ ਲੈਣਾ ਹੈ ਕਿ ਉਹਦੇ ਸੋਧ ਕਰਨੀ ਹੈ, ਵਾਟਐਵਰ ਜੋ ਕਰਨਾ ਹੈ ਉਹਦੇ ਕੋਲ ਅਧਿਕਾਰ ਹੈ, ਉਹ ਕਿੱਥੇ ਹੈ? ਉਹ ਕਿਉਂ ਨਹੀਂ ਇੱਥੇ ਬੈਠੇ? ਅੱਜ ਕਿਸਾਨਾਂ ਨੂੰ ਅਸੀਂ ਵਾਕਆਊਟ ਕਰਕੇ ਆ ਗਏ। ਹੁਣ ਬੀਜੇਪੀ ਲੀਡਰ ਕਹਿੰਦੇ ਨੇ, ਮੈਂ ਇੱਕ ਬੀਜੇਪੀ ਦੇ ਲੀਡਰ ਦਾ ਇੰਟਰਵਿਊ ਕਰ ਰਿਹਾ ਸੀ, ਉਹਨਾਂ ਨੂੰ ਮੈਂ ਜਦੋਂ ਸਵਾਲ ਕੀਤਾ ਕਿ ਜਥੇਬੰਦੀ ਜਿਹੜੀਆਂ ਹੈਗੀਆਂ ਨੇ ਉਹ ਬਿੱਲ ਰੱਦ ਕਰਵਾਉਣਾ ਚਾਹੁੰਦੀਆਂ ਨੇ, ਪਰ ਉਹਨਾਂ ਨੇ ਅੱਗੋਂ ਸਪਸ਼ਟ ਕਹਿ ਦਿੱਤਾ ਕਿ ਬਿੱਲ ਰੱਦ ਨਹੀਂ ਹੋਣਗੇ, ਜਥੇਬੰਦੀਆਂ ਨੂੰ ਇੱਕ ਟੇਬਲ 'ਤੇ ਬੈਠ ਕੇ ਗੱਲਬਾਤ ਕਰਨੀ ਪੈਣੀ ਹੈ। ਤੁਸੀਂ ਟੇਬਲ 'ਤੇ ਜਾ ਕੇ ਬੈਠੇ, ਕੋਈ ਨਤੀਜਾ ਨਹੀਂ ਨਿਕਲਿਆ। ਕੀ ਤੁਹਾਨੂੰ ਲੱਗਦਾ ਕਿ ਇਹ ਨਤੀਜਾ ਟੇਬਲ 'ਤੇ ਹੀ ਬੈਠ ਕੇ ਹੋਊਗਾ? ਕੱਲ੍ਹ ਨੂੰ ਫਿਰ ਕੋਲ ਆਉਂਦੀ ਹੈ ਦਿੱਲੀ ਦੇ ਵਿੱਚੋਂ, ਫਿਰ ਤੁਸੀਂ ਜਾਓਗੇ ਦਿੱਲੀ ਦੁਬਾਰਾ? ਦੇਖੋ, ਗੱਲ ਤਾਂ ਨੈਗੋਸ਼ੀਏਸ਼ਨਸ ਨਾਲ ਮੁੱਕਣੀ ਹੈ, ਸਾਨੂੰ ਇਹ ਚੰਗੀ ਤਰ੍ਹਾਂ ਪਤਾ ਹੈ। ਜਦੋਂ ਬੁਲਾਉਣਗੇ ਅਸੀਂ ਦੇਖਾਂਗੇ ਨੀਅਤ ਕਹੀ ਜੀ ਹੈ, ਸੱਚੀ ਮੁੱਚੀ ਕੋਈ ਹੱਲ ਚਾਹੁੰਦੇ ਨੇ, ਅਸੀਂ ਜਾਵਾਂਗੇ। ਵੀ ਆਰ ਨਾਟ ਏ ਪੋਲੀਟੀਕਲ ਪਾਰਟੀ, ਸਾਡਾ ਕੋਈ ਇਹਦੇ ਵਿੱਚ ਪੋਲੀਟਿਕਸ ਖੇਡਣ ਦਾ ਕੋਈ ਮਕਸਦ ਨਹੀਂ। ਔਰ ਜਿੱਥੇ ਤੱਕ ਉਹ ਕਹਿੰਦੇ ਨੇ ਡੈਮੋਕ੍ਰੇਸੀ 'ਚ ਹਰ ਚੀਜ਼ ਸੰਭਵ ਹੈ, ਉਹਨਾਂ ਦੀ ਸਰਕਾਰ ਹੈ, ਉਹਨਾਂ ਦਾ ਕਹਿਣਾ ਬਣਦਾ ਵੀ ਨਹੀਂ ਹੋਊਗਾ ਵਾਪਸ। ਬੜੀਆਂ ਡੀਂਗਾਂ ਮਾਰਦੇ ਨੇ, ਤੇ ਜਦੋਂ ਦਬਾਅ ਚੜ੍ਹਿਆ ਫਿਰ ਉਹਨੇ ਸਾਡੇ ਮਗਰ ਫਿਰਨਾ ਵੀ ਅਸੀਂ ਵਿਡਰਾ ਕਰਦੇ ਹਾਂ, ਛੱਡੋ, ਅਸੀਂ ਰਿਪੀਲ ਕਰ ਦਿੰਦੇ ਹਾਂ। ਇਹ ਸਮਾਂ ਦੱਸੂ, ਇਹ ਅੱਜ ਨਹੀਂ ਕਿਹਾ ਜਾ ਸਕਦਾ। ਹੁਣ ਇੱਕ ਹੋਰ ਬੜਾ ਸ਼ਸ਼ਪਨ ਬਣਿਆ ਹੈ ਕਿ ਕਿਸਾਨ ਜਥੇਬੰਦੀਆਂ ਬਿੱਲ ਰੱਦ ਕਰਾਉਣਾ ਚਾਹੁੰਦੀਆਂ ਕਿ ਤੁਸੀਂ ਬਿੱਲ ਵਿੱਚ ਸੋਧ ਕਰਵਾਉਣਾ ਚਾਹੁੰਦੇ ਹੋ ਕਿ ਇਸ ਵਿੱਚ ਸੋਧ ਹੋ ਜਾਵੇ? ਅਸੀਂ ਰੱਦ ਕਰਨ ਵਾਸਤੇ ਕਲੀਅਰ ਲਿਖ ਕੇ ਦਿੱਤਾ ਉਹਨਾਂ ਨੂੰ, ਅਸੀਂ ਸੋਧ ਕੋਈ ਨਹੀਂ ਚਾਹੁੰਦੇ। ਇਹ ਤਾਂ ਬਿੱਲ ਐਸਾ ਹੈ, ਮੈਂ ਇੱਕ ਲਿਸਟ ਬਣਾ ਕੇ ਦਿੱਤੀ ਹੈ ਕੰਸਟੀਟਿਊਸ਼ਨ ਦੀ ਲਿਸਟ, ਫਸਟ ਸੈਕੰਡ ਤੇ ਕੰਕਰੈਂਟ ਲਿਸਟ, ਉਹਦੇ ਵਿੱਚ ਕਿੱਥੇ ਕਿੱਥੇ ਵਾਇਲੇਸ਼ਨ ਹੋਈ ਹੈ ਉਹ ਸਾਰੀ ਲਿਸਟ ਬਣਾ ਕੇ ਮੈਂ ਦਿੱਤੀ, ਉਹਨੂੰ ਸਿੱਟ ਕੇ ਆਇਆ ਮੂਹਰੇ ਵੀ ਆਹ ਚੱਕੋ, ਪੜ੍ਹ ਲਿਓ।
ਤੁਹਾਡਾ ਸਾਰਾ ਜਿਹੜਾ ਹੈ ਨਾ, ਅਸਲ 'ਚ ਬਦਕਿਸਮਤੀ ਇਹ ਵੀ ਹੈ ਨਾ ਵੀ ਦੇਸ਼ ਵਿੱਚ ਹਰ ਕੋਈ ਡਰਿਆ ਫਿਰਦਾ। ਸੁਪਰੀਮ ਕੋਰਟ ਦੇ ਇੰਨਾ ਦਬਾਅ ਹੈ, ਹਾਲਾਂਕਿ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਇਹ ਤਾਂ ਕਿਤੇ ਸਟੈਂਡ ਹੀ ਨਹੀਂ ਕਰਨਾ ਇਸ ਕਾਨੂੰਨ ਨੇ, ਇਹ ਤਾਂ ਇੰਨੀ ਦੇਰ 'ਚ ਰੱਦ ਹੋ ਜਾਏਗਾ। ਪਰ ਪ੍ਰੈਸ਼ਰਸ ਨੇ ਜਿਹੜੇ ਸੁਪਰੀਮ ਕੋਰਟ ਦੇ, ਉਹਨਾਂ ਤੋਂ ਡਰਦੇ ਅਸੀਂ ਉੱਥੇ ਪਟੀਸ਼ਨ ਨਹੀਂ ਪਾ ਰਹੇ। ਹੁਣ ਆਪਾਂ ਦੇਖਿਆ ਸੀ ਤੁਹਾਡੇ ਨਾਲ ਹੋਰ ਕੋਈ ਵੀ ਸਟੇਟ ਜਾਂ ਨਾਲ ਗੱਲਬਾਤ ਚੱਲਦੀ ਵੀ ਤੁਸੀਂ ਅੱਗੇ ਜਿਵੇਂ ਹੁਣ ਗੱਲ ਕਰਦੇ ਹੋ 20 ਤਰੀਕ ਦੀ, 19 ਤਰੀਕ ਨੂੰ, ਪਹਿਲਾਂ 19 ਤਰੀਕ ਦੀ ਗੱਲ ਕਰਾਂਗਾ। ਜੇ ਪੰਜਾਬ ਸਰਕਾਰ ਨੇ ਸੈਸ਼ਨ ਬੁਲਾਇਆ ਗਿਆ, ਫਿਰ ਤੁਹਾਨੂੰ ਲੱਗਦਾ ਜੇ ਉੱਥੇ ਰੱਦ ਹੋ ਜਾਂਦੇ ਨੇ, ਅੱਗੇ ਜਾ ਕੇ ਗਵਰਨਰ ਤੇ ਜਾ ਕੇ ਗਰਾਰੀ ਫਸ ਜਾਏਗੀ। ਜੇ ਗਵਰਨਰ ਸਾਈਨ ਨਹੀਂ ਕਰੂਗਾ, ਇੱਕ ਪਾਸੇ ਉਮੀਦ ਜਾਗਦੀ ਪਰ ਦੂਸਰੇ ਪਾਸੇ ਉਮੀਦ ਫਿਰ ਟੁੱਟ ਜਾਂਦੀ ਜਾ ਕੇ। ਸਾਨੂੰ ਅੱਛੀ ਤਰ੍ਹਾਂ ਪਤਾ ਹੈ, ਸਾਰੀਆਂ ਗੱਲਾਂ ਅਸੀਂ ਸਮਝਦੇ ਹਾਂ। ਜਦੋਂ ਗਵਰਨਰ ਰੋਕੂਗਾ ਉਦੋਂ ਦੇਖਾਂਗੇ, ਪਰ ਇਸ ਪਹਿਲੇ ਇਹਨਾਂ ਦਾ ਕਾਨੂੰਨ ਤਾਂ ਘੁੱਖ ਲਈ ਹੈ ਵੀ ਕੀ ਬਣਾਉਂਦੇ ਨੇ। ਨਹੀਂ, ਤੁਸੀਂ ਜੋ ਕਾਂਗਰਸ ਨੇ ਸਟੈਂਡ ਲਿਆ ਸੈਸ਼ਨ ਬੁਲਾ ਕੇ, ਉਸ ਨਾਲ ਸਪਸ਼ਟ ਹੋ, ਸੰਤੁਸ਼ਟ ਹੋ? ਨਹੀਂ, ਸੈਸ਼ਨ ਬੁਲਾ ਕੇ ਇੰਨੇ 'ਚ ਸੰਤੁਸ਼ਟ ਵੀ ਸੈਸ਼ਨ ਬੁਲਾ ਲਿਆ, ਪਰ ਇਟ ਡਜ਼ਨਟ ਮੀਨ ਵੀ ਕਰਨ ਕੁਛ ਨਾ। ਜੇ ਜਿਹੜਾ ਕਾਨੂੰਨ ਬਣਾਉਣਗੇ ਉਹਨੂੰ ਵੀ ਦੇਖਾਂਗੇ ਨਾ ਵੀ ਕੀ ਲਿਖਿਆ, ਉਹ ਕਿਸਾਨਾਂ ਨੂੰ ਉਹਦੇ ਭਲਾ ਵੀ ਹੁੰਦਾ ਕਿ ਨਹੀਂ, ਕੁਛ ਉਹ ਵੀ ਦੇਖਾਂਗੇ। ਤੇ ਜੇ ਫੇਰ ਉਹਨੂੰ ਭਲੇ ਦਾ ਹੋਇਆ ਕਾਨੂੰਨ, ਗਵਰਨਰ ਰੋਕੇ ਤੇ ਗਵਰਨਰ ਕਿਤੇ ਅਸਮਾਨੋਂ ਉਤਰਿਆ, ਅਸੀਂ ਉਹਦੇ ਖਿਲਾਫ ਨਹੀਂ ਐਜੀਟੇਸ਼ਨ ਕਰ ਸਕਦੇ। ਨਹੀਂ, ਉਹ ਚੰਡੀਗੜ੍ਹ ਆਉਣ ਲੱਗਿਆ ਵੀ ਦੇਖਦੇ ਕਿਸਾਨ ਜਥੇਬੰਦੀ ਨੇ ਉੱਥੇ ਰੋਕ ਲੈਂਦੇ ਬਾਰਡਰ ਤੇ ਜਾ ਕੇ, ਫਿਰ ਚੰਡੀਗੜ੍ਹ ਤੁਸੀਂ ਐਂਟਰ ਕਰੋਗੇ, ਕਾਫੀ ਕਿਸਾਨ ਜਥੇਬੰਦੀਆਂ ਹੈਗੀਆਂ ਨੇ। ਇਸ ਵੇਲੇ ਤੁਹਾਨੂੰ ਯਾਦ ਨਹੀਂ, ਸ਼ਾਇਦ ਕੋਈ ਸਮਾਂ ਸੀ ਅੱਜ ਤੋਂ ਕੋਈ 7-8 ਸਾਲ ਪਹਿਲਾਂ ਸਾਨੂੰ ਬੈਨ ਕੀਤਾ ਸੀ ਜਦੋਂ ਵੀ ਤੁਸੀਂ ਇੱਥੇ ਨਹੀਂ ਉਹ ਜਿਹੜੀ ਹੈਗੀ ਮੜੀਆਂ ਕੋਲ ਪਰੇਡ ਗਰਾਊਂਡ, ਉੱਥੇ ਆਓ। ਤੇ ਮੈਂ ਕਿਹਾ ਸੀ ਜਿਉਂਦੇ ਮੜੀਆਂ 'ਚ ਨਹੀਂ ਜਾਣਾ, ਅਸੀਂ ਉੱਥੇ ਨਹੀਂ ਗਏ, ਅਸੀਂ ਕਿੰਨੇ ਸਾਲ ਨਹੀਂ ਗਏ। ਫਿਰ ਇੱਕ ਵਾਰੀ ਅਸੀਂ ਅੱਕ ਕੇ, ਇੱਥੇ ਨੌ ਨਿਹਾਲ ਸਿੰਘ ਹੁੰਦਾ ਸੀ SSP, ਅਸੀਂ ਸਾਰੇ ਪੰਜਾਬ ਵਿੱਚੋਂ ਡਿਊਟੀਆਂ ਹੀ ਲਾਉਣ ਲੱਗੇ ਸੀ ਵੀ ਇਹਨਾਂ ਨਾਕਿਆਂ ਤੇ ਕੌਣ ਕੌਣ ਖੜੂ, ਦੁੱਧ ਤੇ ਸਬਜ਼ੀਆਂ ਸਭ ਕੁਝ ਬੰਦ ਕਰ ਦੇਣਾ। ਫਿਰ ਹਾੜੇ ਕੱਢ ਕੇ DC ਔਰ SSP ਨੇ ਸਾਨੂੰ ਇੱਥੇ ਉੱਥੋਂ ਲੈ ਕੇ ਆਏ ਨਾਕਿਆਂ ਤੋਂ। 70 ਸਾਲ ਤਜਰਬਾ ਦੁਬਾਰਾ ਅਪਣਾਓਗੇ ਜੇ ਬਿੱਲ ਰੱਦ ਨਾ ਹੋਏ ਤਾਂ? ਸਾਡੇ ਕੋਲ ਜੋ ਚੀਜ਼ਾਂ ਨੇ ਅਸੀਂ ਬੰਦ ਕਰ ਦਾਂਗੇ। ਫਿਰ ਗਵਰਨਰ ਖਿਲਾ ਦੇਵੇ ਚੰਡੀਗੜ੍ਹ ਦੇ ਲੋਕਾਂ ਨੂੰ। ਜੇ ਅਸੀਂ ਚੰਡੀਗੜ੍ਹ 'ਚ ਐਂਟਰ ਨਹੀਂ ਕਰ ਸਕਦੇ, ਫਿਰ ਸਾਡਾ ਚੰਡੀਗੜ੍ਹ ਨਾਲ ਸੰਬੰਧ ਕੀ ਰਹਿ ਗਿਆ? ਵੀ ਲੈਜੀਟੇਟ। ਹੁਣ ਮੇਰੇ ਇੱਕ ਹੋਰ ਆਖਰੀ ਸਵਾਲ ਹੈ ਕਿ ਜਿਸ ਤਰੀਕੇ ਨਾਲ BJP ਦੀਆਂ ਵਰਚੁਅਲ ਮੀਟਿੰਗਾਂ ਕਰਦੇ ਨੇ, ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਕਿਸਾਨਾਂ ਨੂੰ ਸਮਝਾਉਂਦੇ ਨੇ, ਫਿਰ ਵਰਚੁਅਲ ਮੀਟਿੰਗਾਂ ਤੁਹਾਡੇ ਨਾਲ ਕਿਉਂ ਨਹੀਂ ਕਰਦੇ BJP ਦੇ ਲੀਡਰ? ਤੁਹਾਨੂੰ ਕਿਉਂ ਨਹੀਂ ਸਮਝਾ ਰਹੇ? ਜੇ ਤੁਸੀਂ ਠੀਕ ਹੈ, ਤੁਸੀਂ ਆਪਦੀ ਗੱਲ ਕਹਿੰਦੇ ਵੀ ਸਾਨੂੰ ਸਮਝ ਹੈ, ਫਿਰ ਉਹਨਾਂ ਨੂੰ ਕਿਉਂ ਸਮਝਾਉਂਦੇ ਨੇ? ਬੰਦਾ ਜਦੋਂ ਉਹਦੇ ਅੰਦਰ ਕੋਈ ਕਾਣ ਹੋਵੇ ਨਾ, ਫਿਰ ਉਹ ਅੱਖ ਨਹੀਂ ਮਿਲਾਉਂਦਾ। ਉਹਨਾਂ ਨੂੰ ਪਤਾ ਵੀ ਅਸੀਂ ਧੋਖਾ ਕੀਤਾ। ਦੇ ਨੋ ਵੀ ਕੰਸਟੀਟਿਊਸ਼ਨ 'ਚ ਕੰਕਰੈਂਟ ਲਿਸਟ ਟ੍ਰੇਡ ਐਂਡ ਕਾਮਰਸ ਹੈ, ਉਹ ਸ਼ਬਦ ਚੱਕ ਲਿਆ, ਪਰ ਹੈਗਾ ਟ੍ਰੇਡ ਐਂਡ ਕਾਮਰਸ ਇਨ ਇੰਡਸਟਰੀ, ਨਾਟ ਇਨ ਐਗਰੀਕਲਚਰ। ਉਹ ਇਸੇ ਕਰਕੇ ਉਹ ਫੇਸ ਨਹੀਂ ਕਰਦੇ। ਆਮ ਲੋਕਾਂ ਨੂੰ ਸਮਝਾਉਣ 'ਚ ਕਾਮਯਾਬ ਹੋ ਰਹੇ ਨੇ ਫਿਰ ਜਿਵੇਂ ਮੀਟਿੰਗਾਂ ਕਰਦੇ ਨੇ? ਲੋਕੀ ਛਿੱਤਰ ਮਾਰਦੇ ਨੇ, ਭੱਜਦੇ ਨੇ, ਜ਼ਰੂਰਤ ਨਹੀਂ ਪੈਂਦੀ ਕਿਸੇ ਦੀ। ਇਹ ਤਾਂ ਸਾਡੇ ਵਾਲਾ ਤਾਂ ਖੈਰ ਅੱਜ ਹੋਇਆ ਨਾ ਸੰਗਰੂਰ, ਤੇ ਹਰਦੀਪ ਪੁਰੀ ਗਿਆ ਸੀ ਅੰਮ੍ਰਿਤਸਰ, ਤੁਹਾਡੇ ਭਾਈਚਾਰੇ ਨੇ ਐਕਸਪੋਜ਼ ਕਰਤਾ। ਉੱਥੇ ਜਿਹੜੇ ਅੰਦਰੋਂ ਬਾਹਰ ਨਿਕਲੇ, ਉਹਨਾਂ ਨੂੰ ਤੁਹਾਡੇ ਭਾਈਚਾਰੇ ਨੇ ਪੁੱਛਿਆ ਵੀ ਦੱਸੋ ਤੁਸੀਂ ਆਏ ਹੋ ਅੰਦਰੋਂ ਕਿਸਾਨ ਹੋ? ਤੁਸੀਂ ਕਹਿੰਦੇ ਜੀ ਅਸੀਂ ਤਾਂ BJP ਦੇ ਵਰਕਰ ਹਾਂ, ਸਾਨੂੰ ਖੇਤੀ ਨਾਲ ਕੋਈ ਮਤਲਬ, ਪਾਰਟੀ ਨੇ ਹੁਕਮ ਕੀਤਾ ਸੀ ਤੇ ਇਕੱਠੇ ਹੋ ਗਏ। ਤੇ ਜਿਹੜੇ 5-7 ਕਿਸਾਨ ਗਏ, ਉਹਨਾਂ ਨੇ ਔਨ ਕੈਮਰਾ ਕਿਹਾ ਵੀ ਅਸੀਂ ਜਿਹੜੇ ਸਵਾਲ ਕੀਤੇ ਕਿਸੇ ਦਾ ਜਵਾਬ ਹੀ ਨਹੀਂ ਦਿੱਤਾ, ਉਹਨਾਂ ਨੇ ਸਾਨੂੰ ਸੈਟਿਸਫਾਈ ਹੀ ਨਹੀਂ ਕੀਤਾ। ਉਹਦੇ ਬਾਅਦ ਅਗਲੀ ਆਈ ਸੰਗਰੂਰ ਕੱਲ੍ਹ ਉੱਥੇ ਘਸਮਾਨ ਪੈ ਗਿਆ, ਭਜਾਤੇ ਉੱਥੋਂ। ਤੇ ਹੁਣ ਅੱਜ ਫੈਸਲਾ ਕਰਤਾ ਸਾਰੇ ਪੰਜਾਬ 'ਚ ਭਜਾਓ ਇਹਨਾਂ ਨੂੰ। ਅੱਛਾ, ਮੇਰਾ ਇੱਕ ਸਵਾਲ ਹੈ ਕਿ 2022 ਦੇ ਵਿੱਚ ਮੈਂ ਹਰਜੀਤ ਸਿੰਘ ਗਰੇਵਾਲ ਜੋ ਤੁਹਾਡੇ ਵੀ ਮਿੱਤਰ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ। BJP ਦੇ ਲੀਡਰ ਨੇ ਉਹਦਾ ਹਿੱਕ ਠੋਕ ਕੇ ਕਹਿੰਦੇ ਨੇ ਕਿ 2022 ਵਿੱਚ ਸਾਡੀ ਸਰਕਾਰ ਬਣ ਜਾਏਗੀ। ਉਹਨਾਂ ਨੇ ਇੱਕ ਲਿਸਟ ਵੀ ਦਿਖਾ ਦਿੱਤੀ 31 ਜਥੇਬੰਦੀਆਂ ਦੀ, ਔਨ ਕੈਮਰਾ ਦਿਖਾਈ ਹੈ ਕਿ ਆਹ ਦੇਖ ਲਓ ਅਸੀਂ ਇਹਨਾਂ ਨਾਲ ਗੱਲਬਾਤ ਕਰ ਚੁੱਕੇ ਹਾਂ। ਦੇਖੋ, ਜੇ ਕੋਈ ਲਿਸਟ ਦਾ ਕੋਈ ਵੀ ਮੇਰੇ ਕੋਲੋਂ ਲੈ ਲਓ ਲਿਸਟ, ਮੈਂ ਤੁਹਾਨੂੰ ਦੇ ਦਿੰਦਾ, ਕਹੀ ਜਾਓ। ਇਹਦਾ ਮਤਲਬ ਇਹ ਤਾਂ ਨਹੀਂ ਜਦੋਂ ਮੈਂ ਕਹਿ ਰਿਹਾ ਵੀ ਨਹੀਂ ਕਿਸੇ ਨਾਲ ਕੋਈ ਗੱਲਬਾਤ ਨਹੀਂ, ਕੁਛ ਨਹੀਂ ਹੋਇਆ। ਹਰਜੀਤ ਸਿੰਘ ਨੂੰ ਝੂਠ ਬੋਲਣ ਦੀ ਆਦਤ ਪੈ ਗਈ। ਮੇਰਾ ਦੋਸਤ ਹੈ, ਉਹਨੇ ਪਰਸੋਂ ਚੌਥ ਇੱਕ TV ਚੈਨਲ ਤੇ ਬੈਠ ਕੇ ਇਹ ਗੱਲ ਕਹੀ ਭਈ ਜੀ ਅਸੀਂ ਬਿਲਕੁਲ ਐਕਟ ਜਿਹੜਾ ਉਹ ਵਾਪਸ ਨਹੀਂ ਲੈਣਾ, ਤੇ ਜੇ ਕਿਸੇ ਨੇ ਮੀਟਿੰਗ ਤੇ ਜਾਣਾ ਜਾਵੇ, ਨਹੀਂ ਜਾਣਾ ਨਾ ਜਾਵੇ। ਮੈਂ ਉੱਥੇ ਅਕਾਲੀ ਦਲ ਦਾ ਨੁਮਾਇੰਦਾ 15 ਮਿੰਟ ਵਾਹੀਆਤ ਬਕਵਾਸ ਕਰ ਕਰਕੇ ਉਹਨੂੰ ਇੱਕ ਤਰ੍ਹਾਂ ਦੀ ਸ਼ੈਲਟਰ ਦੇਣ ਵਾਸਤੇ ਹੋ ਗਿਆ। ਮੈਂ ਅਕਾਲੀ ਲੀਡਰ ਨੂੰ ਇੱਕ ਨੂੰ ਟੈਲੀਫੋਨ ਕਰਕੇ ਕਿਹਾ, ਮੈਂ ਕਿਹਾ ਕਿਉਂ ਨਾ ਕਹਿਣ ਲੋਕ ਤੁਹਾਨੂੰ ਵੀ ਤੁਸੀਂ BJP ਦੀ ਸਪੋਰਟ ਕਰਦੇ ਹੋ, ਆਹ ਦੇਖੋ ਤੁਹਾਡਾ ਕੀ ਕਰਦਾ। ਫਿਰ ਇੱਕ BJP ਦੇ ਮਿਨਿਸਟਰ ਦਾ ਮੈਨੂੰ ਫੋਨ ਆ ਗਿਆ ਮੀਟਿੰਗ ਦੇ ਸੰਬੰਧ 'ਚ। ਮੈਂ ਉਹਨੂੰ ਕਿਹਾ ਤੇਰਾ ਹਰਜੀਤ ਸਿੰਘ ਕੀ ਕਹਿੰਦਾ ਹੈ? ਉਹ ਕਹਿੰਦਾ ਮੈਂ ਪ੍ਰਧਾਨ ਨਾਲ ਗੱਲ ਕਰੂੰ। ਹਰਜੀਤ ਸਿੰਘ ਦਾ ਤਾਂ ਹਿੱਲ ਗਿਆ ਦਿਮਾਗ, ਮੈਨੂੰ ਲੱਗਦਾ। ਨਹੀਂ, ਉਹ ਤਾਂ 2022 ਵਿੱਚ ਹਿੱਕ ਠੋਕ ਕੇ ਕਹਿੰਦੇ, ਮੇਰੀ ਇੰਟਰਵਿਊ 'ਚ ਖੁਦ ਗਿਆ ਕਿ ਸਾਡੀ ਸਰਕਾਰ ਬਣ ਜਾਏਗੀ, ਅਸੀਂ ਲੋਕਾਂ ਪਿੰਡਾਂ 'ਚ ਵੀ ਜਾਵਾਂਗੇ। ਲੋਕੀ ਅਸੀਂ ਨਾਰੇ ਲਿਖ ਕੇ ਲਾਤੇ ਪਿੰਡਾਂ 'ਚ, ਜਿਹੜਾ ਕਿਸਾਨਾਂ ਨਾਲ ਖੜੂ ਉਹੀ ਪਿੰਡ ਵਿੱਚ ਵੜੂ। ਬੜੇ ਪਿੰਡ 'ਚ ਹਰਜੀਤ ਸਿੰਘ ਨੂੰ ਮੈਂ ਚੈਲੰਜ ਕਰਦਾ, ਆਵੇ ਦੱਸੇ ਕਿਹੜੇ ਪਿੰਡ ਜਾਂਦਾ ਜੇ ਲੋਕਾਂ ਨੇ ਉੱਥੇ ਕੱਪੜੇ ਨਾ ਪਾੜਤੇ ਉਹਦੇ। ਮੇਰੇ ਇੱਕ ਸਵਾਲ ਹੈ ਕਿ ਹੁਣ ਇਹ ਹੈਜ਼ੀਟੇਸ਼ਨ ਇੱਦਾਂ ਹੀ ਚੱਲਦਾ ਰਹੂਗਾ, ਇੱਦਾਂ ਹੀ ਰੋਸ ਪ੍ਰਦਰਸ਼ਨ ਰਹੂਗਾ ਕਿ ਆਵਾਜਾਈ ਦੇ ਵਿੱਚ ਕੋਈ ਛੋਟ? ਆਵਾਜਾਈ ਤਾਂ ਹੁਣ ਵੀ ਚੱਲਦੀ ਪਈ ਹੈ, ਰੇਲਾਂ ਨੂੰ ਲੈ ਕੇ ਬੜੀ ਸ਼ਸ਼ਪਨ ਬਣੀ ਹੋਈ ਹੈ ਕਿ ਰੇਲਾਂ ਚੱਲਣ ਦੋਗੇ ਕਿ ਨਹੀਂ ਚੱਲਣ ਦੋਗੇ? ਕੰਟੀਨਿਊਸਲੀ ਚੱਲਦਾ ਰਹੂਗਾ ਜਦੋਂ ਤੱਕ ਅਗਲਾ ਫੈਸਲਾ ਨਹੀਂ ਕੋਈ, ਉਦੋਂ ਤੱਕ ਇਹ ਚੱਲਦਾ ਰਹੂ। ਹੁਣ 20 ਤਾਰੀਖ ਨੂੰ ਫਿਰ ਮੀਟਿੰਗ ਹੋਏਗੀ, ਫਿਰ ਦੇਖਾਂਗੇ, ਪਰ ਰੇਲਾਂ ਬੰਦ ਰਹਿਣਗੀਆਂ।
ਇਸ ਨਾਲ ਸਾਡਾ ਰਾਜੋਵਾਲ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਕਿਸਾਨਾਂ ਨੂੰ ਲੈ ਕੇ ਲਗਾਤਾਰ ਹੀ ਜੋ ਹੈ ਉਹ ਧਰਨਾ ਜਾਰੀ ਰਹੇਗਾ, ਤਾਂ ਰੇਲਾਂ ਜਿਹੜੀਆਂ ਉਹ ਵੀ ਬੰਦ ਰਹਿਣਗੀਆਂ। ਹੁਣ ਦੇਖਾਂਗੇ ਕਿ ਮੀਟਿੰਗ 20 ਤਰੀਕ ਨੂੰ ਰੱਖੀ ਗਈ ਹੈ, ਕੀ ਨਿਕਲਦਾ। ਪਰ ਜੋ ਕੇਂਦਰ ਦੇ ਬੀਜੇਪੀ ਦੇ ਇੱਥੇ ਮੰਤਰੀ ਆਏ ਨੇ ਉਹਨਾਂ ਦੀ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ, ਤੇ ਸਭ ਤੋਂ ਵੱਡਾ ਸਵਾਲ ਹੈ ਕਿ ਜੋ ਉਹ ਆਮ ਲੋਕਾਂ ਨੂੰ ਸਮਝਾ ਰਹੇ ਨੇ, ਜਥੇਬੰਦੀ ਨੂੰ ਕੋਈ ਨਹੀਂ ਸਮਝਾ ਪਾ ਰਹੇ ਬੀਜੇਪੀ ਲੀਡਰ ਜੋ ਵਰਚੁਅਲ ਮੀਟਿੰਗਾਂ ਕਰ ਰਹੇ ਨੇ। ਹੁਣ ਹੱਲ ਕਦੋਂ ਹੋਊਗਾ ਇਹ ਤਾਂ ਅੱਗੇ ਜਾ ਕੇ ਪਤਾ ਲੱਗੂਗਾ, ਪਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਨੀਅਤ ਜਿਹੜੀ ਹੈਗੀ ਹੈ ਉਹ ਇੱਥੋਂ ਪਤਾ ਲੱਗਦਾ ਕਿ ਜਿਸ ਤਰੀਕੇ ਕੱਲ੍ਹ ਇਹਨੂੰ ਦਿੱਲੀ ਵਿੱਚ ਬੁਲਾ ਕੇ ਉੱਥੇ ਇਹ ਗੱਲ ਕਹੀ ਗਈ ਸੀ ਕਿ ਕਿਸੇ ਮੰਤਰੀ ਨਾਲ ਬੁਲਾਵਾਂਗੇ, ਪਰ ਮੰਤਰੀ ਨਾਲ ਨਹੀਂ ਬੁਲਾ ਪਾਏ। ਪਰ ਇਹ ਵੀ ਹੁਣ ਕਹਿ ਰਹੇ ਨੇ ਕਿ ਦਿੱਲੀ ਜਾਣ ਦਾ ਰਸਤਾ ਉਦੋਂ ਹੀ ਪੱਧਰ ਹੋਊਗਾ ਜਦੋਂ ਇਹ ਸਪਸ਼ਟ ਕਹਿਣਗੇ ਕਿ ਸਾਡੇ ਨਾਲ ਪੀਐਮ ਨੇ ਜਾਂ ਕੇਂਦਰ ਵਿੱਚ ਕਿਸੇ ਮੰਤਰੀ ਨੇ ਕੋਈ ਗੱਲਬਾਤ ਕਰਨੀ ਹੈ। ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਹੁਣ ਮੀਟਿੰਗ ਕੀਤੀ ਗਈ ਹੈ ਤੇ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਨੇ ਕਿ ਹੁਣ ਅੱਗੇ ਕੀ ਪਲਾਨ ਹੋਏਗਾ। ਤੇ ਜਿਸ ਤਰੀਕੇ ਨਾਲ ਕੱਲ੍ਹ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਜੋ ਸੈਕਟਰੀ ਨੇ ਕਾਨੂੰਨ ਜੋ ਹੈਗਾ ਸੀ ਉਹਦੀ ਕਾਪੀਆਂ ਦਿੱਤੀਆਂ ਗਈਆਂ ਪੰਜਾਬੀ ਵਿੱਚ ਲਿਖ ਕੇ, ਪਰ ਕਿਸਾਨਾਂ ਨੇ ਉੱਥੇ ਪਾੜ ਕੇ ਨਾਅਰੇ ਲਗਾ ਕੇ ਵਾਪਸ ਆ ਗਏ ਸੀ। ਹੁਣ ਸਵਾਲ ਇਹ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਅੱਗੇ ਜਾ ਕੇ ਸਥਿਤੀ ਕਿਹੋ ਜਿਹੀ ਹੋਏਗੀ, ਉਹ ਕਿਸਾਨ ਜਿਹੜੇ ਨੇ ਉਹ ਆਪਣਾ ਸੰਘਰਸ਼ ਕਿੱਦਾਂ ਵਿੱਢਣਗੇ। ਅਸੀਂ ਉਸ ਸ਼ਖਸ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ 7 ਮੈਂਬਰ ਕਮੇਟੀ ਬਣੀ ਸੀ, ਉਹਨਾਂ ਨਾਲ ਕੱਲ੍ਹ ਦਿੱਲੀ ਗਏ ਸੀ। ਪਹਿਲਾਂ ਮੈਂ ਸਵਾਲ ਇਹੀ ਹੈ ਬਾਬਾ ਜੀ ਕਿ ਕੱਲ੍ਹ ਤੁਸੀਂ ਦਿੱਲੀ ਗਏ ਸੀ, ਗੱਲ ਨਹੀਂ ਬਣੀ, ਉੱਥੇ ਕਾਪੀਆਂ ਪਾੜ ਕੇ ਪੰਜਾਬੀ 'ਚ ਜੋ ਕਾਨੂੰਨ ਉਹਨੇ ਤਾਂ ਦਿੱਤੀਆਂ ਸੀ ਉਹ ਪਾੜ ਕੇ ਤੁਸੀਂ ਸੁੱਟ ਆਏ ਹੋ। ਅੱਗੇ ਕੀ ਰਣਨੀਤੀ ਹੋਏਗੀ? ਕਿਸਾਨ ਪਟੜੀਆਂ 'ਤੇ ਬੈਠੇ ਨੇ, ਟੋਲ ਪਲਾਜ਼ੇ ਬੰਦ ਪਏ ਨੇ, ਰਿਲਾਇੰਸ ਪੰਪ ਤੁਸੀਂ ਘੇਰਦੇ ਹੋ ਲਗਾਤਾਰ, ਕੀ ਰਣਨੀਤੀ ਲੈ ਕੇ ਹੁਣ ਅੱਗੇ ਤੁਸੀਂ ਚੱਲੋਗੇ? ਦੇਖੋ ਇਹਦੇ ਵਿੱਚ ਇਹ ਹੈ ਕਿ ਬੀਜੇਪੀ ਨੇ ਕੱਲ੍ਹ ਜਾਂ ਕੇਂਦਰ ਸਰਕਾਰ ਕਹਿ ਲਓ ਜੋ ਕੱਲ੍ਹ ਉਹਨਾਂ ਦਾ ਰਵੱਈਆ ਰਿਹਾ ਹੈ, ਉਸ ਤੋਂ ਸਾਡਾ ਪੰਜਾਬ ਦਾ ਕਿਸਾਨ ਪੂਰੀ ਤਰ੍ਹਾਂ ਨਾਰਾਜ਼ ਹੈ, ਖਫਾ ਹੈ ਕਿਸਾਨ ਇਸ ਗੱਲ ਤੋਂ। ਉਹ ਸਾਰੀ ਗੱਲ ਨੂੰ ਧਿਆਨ 'ਚ ਰੱਖਦਿਆਂ ਅੱਜ ਅਸੀਂ ਇੱਥੋਂ ਪ੍ਰੋਗਰਾਮ ਇਹ ਲਿਖਿਆ ਹੈ ਕਿ ਜਿਹੜੇ ਇਹ ਲੋਕ ਸਾਨੂੰ ਉੱਥੇ ਬੈਠੇ ਆਪਦੇ ਅਫਸਰਾਂ ਦੇ ਰਾਹੀਂ ਮੂਰਖ ਬਣਾਉਣ ਦਾ ਯਤਨ ਕਰ ਰਹੇ ਹੈ, ਇਹ ਜਿੱਥੇ ਵੀ ਮੀਟਿੰਗ ਕਰਨਗੇ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਦੇ ਹਾਂ, ਇਹਨਾਂ ਨੂੰ ਚੈਲੰਜ ਕਰਦੇ ਹਾਂ। ਅਸੀਂ ਤੁਹਾਡੀ ਉੱਥੇ ਮੀਟਿੰਗ ਦੇ ਵਿੱਚ ਸਾਹਮਣੇ ਆਵਾਂਗੇ, ਉੱਥੇ ਸਾਡੇ ਬੁਲਾਰੇ ਬੋਲਣਗੇ, ਸਾਡੇ ਬੁਲਾਰਿਆਂ ਦੇ ਸਵਾਲਾਂ ਦੇ ਜਵਾਬ ਦਿਓ ਆ ਕੇ। ਅਗਰ ਤੁਹਾਡੇ ਵਿੱਚ ਹਿੰਮਤ ਆ ਤਾਂ ਅਸੀਂ ਇਹਨਾਂ ਦੇ ਘਰਾਓ ਕਰਾਂਗੇ। ਇਹਨਾਂ ਦੇ ਕਿਤੇ ਵੀ ਇਹਨਾਂ ਨੂੰ ਅਜਿਹੇ ਜੋ ਇੱਥੇ ਮਤਲਬ ਮੀਟਿੰਗਾਂ ਕਰਕੇ ਲੋਕਾਂ ਨੂੰ ਸਮਝਾਉਣ ਦਾ ਯਤਨ ਕਰਦੇ, ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰਦੇ ਆ, ਉਹਦਾ ਅਸੀਂ ਡਟਮਾ ਵਿਰੋਧ ਕਰਨ ਦਾ, ਸਾਡਾ ਅੱਜ ਤਿੱਖਾ ਵਿਰੋਧ ਕਰਨ ਦਾ ਪ੍ਰੋਗਰਾਮ ਬਣਿਆ। ਅਗਲੀ ਗੱਲ ਹੈ ਜਿਹੜੀ ਸਾਡਾ ਰੇਲ ਰੋਕੋ ਪ੍ਰੋਗਰਾਮ ਹੈ ਉਹ ਲਗਾਤਾਰ ਜਾਰੀ ਹੈ ਔਰ ਉਹ ਨਹੀਂ ਛੱਡਾਂਗੇ ਅਸੀਂ ਅਜੇ। ਔਰ ਇਸ ਕਰਕੇ ਉਹ ਜਿਹੜਾ ਉੱਥੇ ਸਾਡੇ ਨਾਲ ਇਹਨਾਂ ਨੇ ਕੀਤਾ ਹੈ ਉਹਦੇ ਤੋਂ ਲੋਕਾਂ ਦੇ ਮਨ ਦੇ ਅੰਦਰ ਬਹੁਤ ਨਾਰਾਜ਼ਗੀ ਹੈ, ਬਹੁਤ ਗੁੱਸਾ ਹੈ, ਉਹਨੂੰ ਅੱਗੇ ਵਧਾਉਂਦਿਆਂ ਹੋਇਆ ਸਾਡਾ ਅੰਦੋਲਨ ਜਾਰੀ ਹੈ। ਹੁਣ ਤੁਸੀਂ ਗੱਲ ਕੀਤੀ ਹੈ ਕਿ ਇੱਥੇ ਬੀਜੇਪੀ ਲੀਡਰ ਆ ਕੇ ਵਰਚੁਅਲ ਮੀਟਿੰਗ ਨਾਲ ਹੀ ਸਮਝਾ ਰਹੇ ਨੇ, ਫਿਰ ਜੋ ਜਿਹੜੇ ਲੋਕਾਂ ਨੂੰ ਸਮਝਾ ਰਹੇ ਨੇ, ਕਿਸਾਨਾਂ ਨੂੰ ਸਮਝਾ ਰਹੇ ਨੇ, ਕਿ ਵਾਕਈ ਸਮਝਦੇ ਨੇ? ਹੁਣ ਉਹ ਤੁਹਾਡੀ ਗੱਲ ਸਮਝਣਗੇ ਕਿ ਬੀਜੇਪੀ ਦੀ ਗੱਲ ਸਮਝਣਗੇ? ਦੇਖੋ ਗੱਲ ਕੀ ਹੈ, ਅਸੀਂ ਇੱਕ ਦੋ ਮੀਟਿੰਗਾਂ ਦਾ ਇਹ ਰਿਜ਼ਲਟ ਦੇਖ ਲਿਆ। ਇਹ ਮੀਟਿੰਗਾਂ ਦੇ ਵਿੱਚ ਜਾਂਦੇ ਆ ਲੋਕ, ਇਹਨਾਂ ਦਾ ਉਹਨਾਂ ਮੀਟਿੰਗਾਂ ਦੇ ਵਿੱਚੋਂ ਬੈਠੇ ਲੋਕ ਹੀ ਵਿਰੋਧ ਕਰ ਦਿੰਦੇ ਆ, ਵਿੱਚ ਬੈਠੇ ਲੋਕ ਹੀ ਵਿਰੋਧ ਕਰ ਦਿੰਦੇ ਆ। ਇਹਨਾਂ ਦੀ ਕੋਸ਼ਿਸ਼ ਆ ਕਿ ਬੰਦੇ ਉਹ ਬਿਠਾਏ ਜਾਣ ਜੋ ਕੇਵਲ ਬੀਜੇਪੀ ਦੇ ਹੋਣ। ਮੈਂ ਬੀਜੇਪੀ ਦੇ ਨੇਤਾਵਾਂ ਨੂੰ, ਸਾਡੇ ਪ੍ਰਧਾਨ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਭਾਈ ਇੱਕ ਗੱਲ ਦੱਸੋ ਵੀ ਅਸੀਂ ਤਾਂ ਮੰਨ ਲਓ ਕਿਸੇ ਪੋਲੀਟੀਕਲ ਪਾਰਟੀ ਦੇ ਛੱਡੇ ਹੋਈਏ, ਜਿਹੜੇ ਤੁਹਾਡੇ ਬੀਜੇਪੀ ਦੇ ਲੀਡਰ ਲਗਾਤਾਰ ਤੁਹਾਡੇ ਕੱਲ੍ਹ ਇੱਕ ਆਪਣੇ ਤੋਂ ਜਗਰਾਓਂ ਤੋਂ ਇੱਕ ਗਰੁੱਪ ਪੂਰੇ ਦਾ ਪੂਰਾ ਬੀਜੇਪੀ ਨੂੰ ਛੱਡ ਕੇ ਕਿਸਾਨ ਯੂਨੀਅਨ ਦੇ ਧਰਨੇ 'ਚ ਆ ਕੇ ਬੈਠਾ ਹੈ। ਔਰ ਉਹ ਬੰਦੇ ਕਹਿ ਕੀ ਰਹੇ ਹੈ, ਉਹ ਕਹਿੰਦੇ ਵੀ ਅਸੀਂ 1 ਮਹੀਨਾ ਹੋ ਗਿਆ ਬਾਰ-ਬਾਰ ਇਹਨਾਂ ਨੂੰ ਕਹਿੰਦੇ ਆ ਰਹੇ ਹਾਂ ਕਿ ਇਹਨਾਂ ਨੂੰ ਵਾਪਸ ਲਓ, ਇਹਨਾਂ ਕਾਨੂੰਨਾਂ ਨੂੰ ਵਾਪਸ ਲਓ। ਇਹ ਸਾਨੂੰ ਸਮਝਾਉਣ ਦਾ ਯਤਨ ਕਰਦੇ ਰਹੇ, ਲੇਕਿਨ ਇਹਨਾਂ ਦੇ ਵਿੱਚੋਂ ਕੋਈ ਸਾਨੂੰ ਸੱਚਾਈ ਨਜ਼ਰ ਨਹੀਂ ਆਈ। ਇਸ ਕਰਕੇ ਅਸੀਂ ਅੱਜ ਇਹਨਾਂ ਤੋਂ ਅਸਤੀਫੇ ਦੇ ਦਿੱਤੇ। ਜੇ ਇਹਨਾਂ ਦੇ ਲੀਡਰ ਹੀ ਇਹਨਾਂ ਨੂੰ ਅਸਤੀਫੇ ਦੇ ਕੇ ਛੱਡ ਜੇ ਕੇ ਜਾ ਰਹੇ ਆ, ਇਹਦਾ ਬੜੀ ਸਾਫ਼ ਤੇ ਕਲੀਅਰ ਗੱਲ ਹੈ ਨਾ ਕਿ ਇਹਨਾਂ ਦੇ ਵਿੱਚ ਝੂਠ ਹੈ, ਇਹਨਾਂ 'ਚ ਫਰੇਬ ਹੈ, ਇਹ ਧੋਖਾ ਕਰ ਰਿਹਾ ਲੋਕਾਂ ਨਾਲ। ਔਰ ਉਸ ਧੋਖੇ ਦੇ ਖਿਲਾਫ ਜਦੋਂ ਜਨਤਾ ਨੂੰ ਅਵੇਅਰਨੈਸ ਆ ਰਹੀ ਹੈ, ਜਾਗਰਤੀ ਆ ਰਹੀ ਹੈ, ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆ ਰਹੇ, ਲੋਕ ਇਹਨਾਂ ਤੋਂ ਪਾਸਾ ਵੱਟ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦੇਖਿਓ ਤੁਸੀਂ, ਹਰਿਆਣਾ ਦੀ ਇਲੈਕਸ਼ਨ ਹੋਣੀ ਹੈ, ਅੱਗੋਂ ਆਪਣੇ ਦੀ ਬਿਹਾਰ ਦੀ ਇਲੈਕਸ਼ਨ ਹੋਣੀ ਹੈ। ਇਸ ਇਲੈਕਸ਼ਨ ਦੇ ਵਿੱਚ ਦੇਖ ਲਓ ਤੁਸੀਂ ਇਹਨਾਂ ਨੂੰ ਕੀ ਮਤਲਬ ਖਿਆਜਾ ਭੁਗਤਣਾ ਪੈਣਾ ਹੈ ਇਹਨਾਂ ਆਰਡੀਨੈਂਸਾਂ ਕਰਕੇ। ਜਿਸ ਤਰੀਕੇ ਨਾਲ ਹੁਣ ਬੀਜੇਪੀ ਲੀਡਰ ਕਹਿ ਰਹੇ, ਪੰਜਾਬ ਦੇ ਵੀ ਲੀਡਰ ਕਹਿ ਰਹੇ ਸੀ ਬੀਜੇਪੀ ਦੀ ਕਿ ਪੀਐਮ ਸਾਹਿਬ ਤਾਂ ਮਿਲ ਨਹੀਂ ਸਕਦੇ, ਉਹਨੂੰ ਕਹਿੰਦਾ ਟਾਈਮ ਨਹੀਂ ਹੁੰਦਾ। ਫਿਰ ਜੋ ਤੁਸੀਂ ਇੱਥੋਂ ਗਏ ਸੀ, ਦਿੱਲੀ ਕੂਚ ਕੀਤਾ ਸੀ, ਤਾਂ ਤੁਸੀਂ ਪੁੱਛ ਕੇ ਗਏ ਸੀ ਉਹਨਾਂ ਕੋਲੋਂ ਕਿ ਸਾਨੂੰ ਕਿਹੜਾ ਬੰਦਾ ਮਿਲੂਗਾ, ਜਾਂ ਤੁਸੀਂ ਆਪਣੀ ਮਰਜ਼ੀ ਨਾਲ ਗਏ ਸੀ, ਜਾਂ ਤੁਹਾਡੇ ਕੋਈ ਪ੍ਰੈਸ਼ਰ ਸੀ ਬਾਕੀ ਜਥੇਬੰਦੀਆਂ ਦਾ ਜਾਂ ਲੋਕਾਂ ਦਾ ਕਿ ਤੁਹਾਨੂੰ ਬੁਲਾਵਾ ਆਇਆ ਦਿੱਲੀ ਤੋਂ, ਪਰ ਤੁਸੀਂ ਜਾ ਕਿਉਂ ਨਹੀਂ ਰਹੇ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਸੀ। ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਸਾਨੂੰ ਇਹਨਾਂ ਨੇ ਪਹਿਲਾਂ ਵੀ ਇੱਕ ਚਿੱਠੀ ਭੇਜੀ ਸੀ ਜਿਹਦੇ 'ਚ ਇਹ ਕਿਹਾ ਸੀਗਾ, ਸੈਕਟਰੀ ਨੇ, ਸਕੱਤਰ ਹੈ ਸੰਜੇ ਅਗਰਵਾਲ, ਉਹ ਕਹਿੰਦਾ ਕਿ ਮੈਂ ਤੁਹਾਨੂੰ ਪਰਸਨਲ ਇਨਵੀਟੇਸ਼ਨ ਦੇ ਰਿਹਾ ਹਾਂ। ਅਸੀਂ ਕਿਹਾ ਵੀ ਬਿਲਕੁਲ ਅਸੀਂ ਪਰਸਨਲ ਇਨਵੀਟੇਸ਼ਨ ਦੇ ਉੱਤੇ ਨਹੀਂ ਆਵਾਂਗੇ,
ਐਸੀ ਇਨਵੀਟੇਸ਼ਨ ਦੀ ਲੋੜ ਨਹੀਂ ਹੈ ਸਾਨੂੰ। ਸਾਡੇ ਨਾਲ ਉਹ ਬੰਦਾ ਆ ਕੇ ਗੱਲਬਾਤ ਕਰੇ, ਉਹ ਬੈਠੇ ਸਾਡੇ ਨਾਲ, ਜਿਹੜਾ ਸਾਡੇ ਮੁੱਦੇ ਦਾ, ਸਾਡੇ ਮਸਲੇ ਦਾ ਕੋਈ ਹੱਲ ਕਰ ਸਕਦਾ ਹੈ। ਜਿਹੜਾ ਸਾਡੇ ਮਸਲੇ ਦਾ ਹੱਲ ਹੀ ਨਹੀਂ ਕਰ ਸਕਦਾ, ਉਹਦੀ ਸਾਨੂੰ ਲੋੜ ਨਹੀਂ ਹੈ। ਔਰ ਦੁਬਾਰਾ ਸਾਨੂੰ ਫਿਰ ਸੱਦਾ ਆਇਆ, ਜਿਹੜੀ ਇਹ ਇਨਵੀਟੇਸ਼ਨ ਆਈ, ਇਹਦੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੇ ਨਾਲ ਸਰਕਾਰ ਬੈਠੇਗੀ। ਔਰ ਉਸ ਤੋਂ ਪਹਿਲਾਂ ਸਾਨੂੰ ਟੈਲੀਫੋਨ ਦੇ ਰਾਹੀਂ ਇਹ ਪੁੱਛ ਰਹੇ ਨੇ ਕਿ ਤੁਸੀਂ ਮੀਟਿੰਗ ਕਿਹਦੇ ਨਾਲ ਕਰਨੀ ਚਾਹੁੰਦੇ ਆ। ਅਸੀਂ ਉਹ 'ਚ ਲਿਖਿਆ, ਬਾਕਾਇਦਾ ਲੈਟਰ ਦਿੱਤਾ ਉਹਨਾਂ ਨੂੰ ਕਿ ਸਾਡੇ ਨਾਲ ਗਰੁੱਪ ਆਫ ਮਿਨਿਸਟਰੀ ਕਰ ਸਕਦੀ ਹੈ, ਸਾਡੇ ਨਾਲ ਕੋਈ PM ਵੱਲੋਂ ਆਥੋਰਾਈਜ਼ ਕੋਈ ਮਤਲਬ ਵਿਅਕਤੀ ਮੀਟਿੰਗ ਕਰ ਸਕਦਾ ਹੈ, ਸਾਡੇ ਨਾਲ ਕੋਈ ਐਗਰੀਕਲਚਰ ਮਿਨਿਸਟਰ ਮੀਟਿੰਗ ਕਰ ਸਕਦਾ ਹੈ, ਅਸੀਂ ਉਹਨਾਂ ਨਾਲ ਮੀਟਿੰਗ ਕਰ ਸਕਦੇ ਹਾਂ। ਐਸੀ ਕੋਈ ਗੱਲ ਨਹੀਂ ਹੈ। ਹੁਣ BJP ਲੀਡਰ ਪੰਜਾਬ ਵਾਲੇ ਕਹਿ ਰਹੇ ਨੇ ਕਿ ਇਹ ਕਿਸਾਨ ਸਾਡੇ ਕੋਲ ਆਉਂਦੇ ਜਾਂ ਸਾਨੂੰ ਕਿਸਾਨ ਬੁਲਾਉਂਦੇ ਮੀਟਿੰਗ ਦੇ ਵਿੱਚ, ਅਸੀਂ ਖੁਦ ਇਹਨਾਂ ਨੂੰ ਦਿੱਲੀ ਲੈ ਕੇ ਜਾਂਦੇ ਤੇ ਮੀਟਿੰਗ ਕਰਾਉਂਦੇ। ਕੀ ਤੁਹਾਡੀ BJP ਲੀਡਰਾਂ ਨਾਲ ਗੱਲ ਹੋਈ ਹੈ ਜਾਂ ਉਹਨਾਂ ਨੇ ਤੁਹਾਨੂੰ ਕਿਹਾ ਜਾਂ ਤੁਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਨਾਲ ਚੱਲੋ, ਸਾਡੇ ਨਾਲ ਖੜੋ, ਸਾਡੀ ਗੱਲ ਕਰਾਓ ਸੈਂਟਰ ਸਰਕਾਰ ਦੇ? ਅਸੀਂ ਦੇਖੋ, ਇਹ ਜਿਹੜੇ ਲੋਕ ਹੈ, ਇਹ ਲੋਕ ਸਾਨੂੰ ਇਹ ਕਹਿੰਦੇ ਆ ਵੀ ਆਓ ਤੁਹਾਨੂੰ ਸਮਝਾਈਏ, ਤੁਹਾਨੂੰ ਪਤਾ ਨਹੀਂ ਕਾਨੂੰਨ ਕੀ ਹੈ। ਅਸੀਂ ਇਹਨਾਂ ਨੂੰ ਬਾਰ-ਬਾਰ ਕਹਿ ਰਹੇ ਹਾਂ ਵੀ ਸਾਨੂੰ ਸਮਝਾਉਣ ਦੀ ਲੋੜ ਨਹੀਂ। ਤੁਸੀਂ ਸਾਡੇ ਇੱਥੋਂ ਦੇ ਲੀਡਰ ਹੋ, ਤੁਸੀਂ ਕਹੋ ਆਪਦੇ ਪ੍ਰਧਾਨ ਮੰਤਰੀ ਨੂੰ ਮੀਟਿੰਗ ਕਰੇ ਲੋਕਾਂ ਨਾਲ, ਕਹੋ ਆਪਦੇ ਐਗਰੀਕਲਚਰ ਮਿਨਿਸਟਰ ਨੂੰ ਲੋਕਾਂ ਨਾਲ ਮੀਟਿੰਗ ਕਰੇ, ਮੀਟਿੰਗ ਕਰੋ ਤਾਂ ਅਸੀਂ ਮਤਲਬ ਮੀਟਿੰਗ ਦੇ ਵਿੱਚ ਜਾਣ ਨੂੰ ਤਿਆਰ ਐ। ਕੋਈ ਗੱਲ ਨਹੀਂ ਸੀ, ਹੁਣ ਤੱਕ ਇਹ ਹੁੰਦੀ ਰਹੀ ਹੈ। ਲੇਕਿਨ ਇਹ ਸਾਡੇ ਨਾਲ ਮੀਟਿੰਗ ਪ੍ਰਧਾਨ ਮੰਤਰੀ ਨੂੰ ਮਿਲਾਉਣ ਦੀ, ਐਗਰੀਕਲਚਰ ਮਿਨਿਸਟਰ ਨੂੰ ਮਿਲਾਉਣ ਦੀ ਨਹੀਂ ਕਰਦੇ। ਇਹ ਸਾਨੂੰ ਇਹ ਕਹਿੰਦੇ ਆ ਕਿ ਤੁਹਾਨੂੰ ਪਤਾ ਨਹੀਂਗਾ, ਤੁਹਾਨੂੰ ਸਮਝਾਉਣੇ ਆ ਅਸੀਂ ਵੀ ਕਾਨੂੰਨ ਕੀ ਨੇ। ਅਸੀਂ ਸਾਡਾ ਜਵਾਬ ਇਹਨਾਂ ਨੂੰ ਬੜਾ ਠੋਕ ਕੇ ਕਿ ਅੱਜ ਦੇਸ਼ ਦਾ ਕਿਸਾਨ ਪੜ੍ਹਿਆ ਲਿਖਿਆ ਹੈ, ਉਹਨਾਂ ਅਨਪੜ੍ਹ ਨਹੀਂ ਰਿਹਾ ਜਿੰਨਾ ਪਹਿਲਾਂ ਸੀ, ਜਿਹਨੂੰ ਤੁਸੀਂ ਮਤਲਬ ਵਰਗਲਾ ਸਕਦੇ ਸੀ। ਅੱਜ ਸਾਡੇ ਕਿਸਾਨਾਂ ਨੇ MA ਕੀਤੀਆਂ, ਪੜ੍ਹਾਈ ਤੱਕ ਦੀ ਪੜ੍ਹਾਈ ਕੀਤੀ ਹੈ, ਕਿਸਾਨਾਂ ਨੇ ਮਤਲਬ ਉਹਦੇ ਬੱਚਿਆਂ ਨੇ PhD ਤੱਕ ਦੀ। ਮੈਂ ਆਪਣਾ ਟਾਈਮ ਬਹੁਤ ਘੱਟ ਹੈ, ਮੇਰਾ ਇੱਕ ਹੋਰ ਸਵਾਲ ਹੈ ਕਿ ਕੱਲ ਨੂੰ ਫਿਰ ਜੇ ਰਸਤਾ ਖੋਲ੍ਹਦੀ ਹੈ ਦਿੱਲੀ, ਤੁਸੀਂ ਫਿਰ ਦੁਬਾਰਾ ਦਿੱਲੀ ਜਾਓਗੇ? ਜੇ ਕੱਲ ਨੂੰ ਮੰਤਰੀ ਜਾਂ PM ਕਹਿ ਦਿੰਦੇ ਨੇ ਕਿ ਠੀਕ ਹੈ ਅਸੀਂ ਟੇਬਲ ਤੇ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ, ਫਿਰ ਤੁਸੀਂ ਜਾਓਗੇ? ਦੇਖੋ, ਇਹ ਇੱਕ ਮੀਟਿੰਗ ਦਾ ਵਿਸ਼ਾ ਹੈ। ਅੱਜ ਸਾਡਾ ਮਨ ਦੇ ਵਿੱਚ ਬਹੁਤ ਰੋਸ ਹੈ। ਸਾਨੂੰ ਪਤਾ ਹੈ ਕਿ ਇਹ ਸਾਡੇ ਨਾਲ ਮਤਲਬ ਉੱਥੇ ਜਾ ਕੇ ਵੀ ਵਿਸ਼ਵਾਸਘਾਤ ਕਰਨਗੇ। ਸਾਡਾ ਨਹੀਂ ਮਨ ਕਰਦਾ ਕਿ ਅਸੀਂ ਦਿੱਲੀ ਜਾਈਏ ਇੰਨੀ ਵਾਰ ਚੱਲ ਕੇ, ਜਿਵੇਂ ਕੱਲ ਸਾਡੇ ਨਾਲ ਜੋ ਕੁਝ ਹੋਇਆ ਹੈ। ਸਰਕਾਰ ਨੂੰ ਸਾਡੀ ਇਹ ਹੈ ਕਿ ਸਰਕਾਰ ਇੱਥੇ ਆ ਜੇ, ਚੰਡੀਗੜ੍ਹ ਕਿਹੜਾ ਸਰਕਾਰ ਨਹੀਂ ਆ ਸਕਦੀ। ਬੜੀ ਵਾਰੀ ਮੁੱਖ ਪ੍ਰਧਾਨ ਮੰਤਰੀ ਚੰਡੀਗੜ੍ਹ ਆਇਆ ਹੈ, ਬੜੀ ਵਾਰੀ ਐਗਰੀਕਲਚਰ ਮਿਨਿਸਟਰ ਚੰਡੀਗੜ੍ਹ ਆਇਆ ਹੋਊਗਾ, ਇੱਥੇ ਆ ਕੇ ਸਾਡੇ ਨਾਲ ਮੀਟਿੰਗ ਕਰ ਲੇ। ਇਹ ਸਾਨੂੰ ਇਹਨਾਂ ਤੇ ਬੇਵਿਸ਼ਵਾਸੀ ਹੋ ਗਈ ਹੈ। ਉਸ ਮੀਟਿੰਗ ਦੇ ਵਿੱਚ ਸਾਨੂੰ ਇਹ ਲੱਗਦਾ ਹੈ ਵੀ ਕੁਝ ਨਿਕਲਣ ਵਾਲਾ ਨਹੀਂ ਹੈ, ਔਰ ਅਸੀਂ ਉਹਨਾਂ ਮੀਟਿੰਗਾਂ ਨੂੰ ਤੋਂ ਮਤਲਬ ਗਰੇਜ਼ ਕਰਾਂਗੇ ਜਿਹੜੀਆਂ ਅਜਿਹੀਆਂ ਮੀਟਿੰਗਾਂ। ਬਾਕੀ ਜੇਕਰ ਆਉਂਦਾ ਸੱਦਾ ਸਾਨੂੰ, ਤਾਂ ਅਸੀਂ ਗੱਲਬਾਤ ਤੋਂ ਕਦੇ ਜਥੇਬੰਦੀਆਂ ਭੱਜਦੀਆਂ ਨਹੀਂ, ਬਿਲਕੁਲ ਨਹੀਂ ਭੱਜਦੇ। ਸਾਰੇ 30 ਦੇ 30 ਬੈਠਾਂਗੇ, ਬੈਠ ਕੇ ਮੀਟਿੰਗ ਕਰਾਂਗੇ। ਮੀਟਿੰਗ ਦੇ ਵਿੱਚ ਫੈਸਲਾ ਹੋਏਗਾ ਕਿ ਅਸੀਂ ਦੁਬਾਰਾ ਉਹਨਾਂ ਦੀ ਮੀਟਿੰਗ ਨੂੰ ਅਟੈਂਡ ਕਰਨਾ ਹੈ ਜਾਂ ਨਹੀਂ ਕਰਨਾ। ਜੇ ਕੱਲ ਨੂੰ ਦਿੱਲੀ ਜਾਣਾ ਪਿਆ, ਜੇ ਕਿਸਾਨ ਜਥੇਬੰਦੀ ਦਿੱਲੀ ਜਾਣਾ ਪਿਆ, ਰੋਸ ਪ੍ਰਦਰਸ਼ਨ ਕਰਨਾ ਪਿਆ, ਫਿਰ ਦਿੱਲੀ ਦਾ ਰੁੱਖ ਕਰੋਗੇ? ਕਿਉਂਕਿ ਆਪਾਂ ਦੇਖਿਆ ਕਿ ਚੰਡੀਗੜ੍ਹ ਤੁਸੀਂ ਆਉਂਦੇ ਹੋ, ਚੰਡੀਗੜ੍ਹ ਪਹਿਲਾਂ ਤੁਹਾਨੂੰ ਵੜਨ ਨਹੀਂ ਦਿੱਤਾ ਜਾਂਦਾ, ਕਿਸਾਨ ਜਥੇਬੰਦੀਆਂ ਨੂੰ ਕੋਈ ਪ੍ਰੋਟੈਸਟ ਨਹੀਂ ਕਰਨ ਦਿੱਤਾ ਜਾਂਦਾ, ਫਿਰ ਤੁਸੀਂ ਕਾਮਯਾਬ ਹੋ ਜਾਓਗੇ ਦਿੱਲੀ ਜਾਣ ਲਈ? ਦੇਖੋ, ਗੱਲ ਇਹ ਹੈ, ਅਸੀਂ ਅੰਦੋਲਨ ਕਰਨਾ ਹੈ। ਅਗਰ ਸਾਨੂੰ ਦਿੱਲੀ ਦੇ ਵਿੱਚ ਨਹੀਂ ਐਂਟਰ ਹੋਣ ਦਿੱਤਾ ਜਾਏਗਾ, ਫਿਰ ਕੀ ਫਰਕ ਪੈ ਜੂ? ਜਿੱਥੇ ਰੋਕਣਗੇ ਅਸੀਂ ਉੱਥੇ ਰੋਕ ਕੇ ਅੰਦੋਲਨ ਕਰਾਂਗੇ, ਲੜਾਈ ਲੜਾਂਗੇ। ਜਿੱਥੇ ਵੀ ਸਾਨੂੰ ਦਿੱਲੀ ਸਰਕਾਰ ਨੇ ਰੋਕ ਲਿਆ, ਉਹ ਸਮਝ ਲਓ ਸਾਡੇ ਵਾਸਤੇ ਦਿੱਲੀ ਹੈ। ਅੰਦੋਲਨ ਉੱਥੇ ਲੜਿਆ ਜਾਊਗਾ ਔਰ ਵੱਡੀ ਪੱਧਰ ਤੇ ਅਸੀਂ ਅੰਦੋਲਨ ਲੜਾਂਗੇ। ਐਸੀ ਕੋਈ ਗੱਲ ਨਹੀਂ ਹੈ। ਮੇਰੇ ਇੱਕ ਆਖਰੀ ਸਵਾਲ ਹੈ ਕਿ ਕੱਲ ਨੂੰ ਕਿਸਾਨ ਜਥੇਬੰਦੀਆਂ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਜ਼ਿਕਰ ਕਰ ਰਹੇ ਹੋ ਵੀ ਇੱਕ ਪਲੇਟਫਾਰਮ ਤੇ ਹੈਗੀਆਂ, ਇੱਕ ਜਥੇਬੰਦੀ ਤੁਸੀਂ ਬਾਅਦ ਵੀ ਕਰਦੀ ਸੀ ਲੱਖੋਵਾਲੀ, ਫਿਰ ਤੁਸੀਂ ਉਹ ਨਿਯੁਕਤਾ ਆ ਗਿਆ, ਹੁਣ ਤੁਸੀਂ ਫਿਰ ਵਾਪਸ ਉਹਨਾਂ ਨੂੰ ਲੈ ਕੇ ਆ ਰਹੇ ਹੋ। ਇੱਕ ਬੰਦਾ ਜੋ ਕਿ ਕੱਲ ਤੁਹਾਡੇ ਨਾਲ ਗਿਆ ਸੀ, ਉਹ ਬੱਸ ਦੇ ਵਿੱਚ ਬੈਠ ਕੇ, ਉਹ ਬੰਦਾ ਕੌਣ ਸੀ, ਉਹ ਜ਼ਿਕਰ ਕੀ ਸੀ, ਉਹਨੂੰ ਬਾਹਰ ਕਿਉਂ ਕੱਢਿਆ ਗਿਆ, ਉਸ ਦਾ ਨਾਮ ਕੀ ਸੀ? ਨਹੀਂ, ਉਹ ਮੈਨੂੰ ਨਾਮ ਨਹੀਂ ਉਹਦਾ ਧਿਆਨ 'ਚ ਪਤਾ ਕੌਣ ਸੀ ਉਹ, ਲੇਕਿਨ ਉਹਨੂੰ ਅਸੀਂ ਆਇਡੈਂਟੀਫਾਈ ਕੀਤਾ। ਉਹ ਸਾਡਾ ਕਿਸੇ ਵੀ ਕਿਸਾਨ ਜਥੇਬੰਦੀ ਦਾ ਆਦਮੀ ਨਹੀਂ ਸੀਗਾ। ਅਸੀਂ ਮਹਿਸੂਸ ਕਰਦੇ ਹਾਂ ਕਿ ਇਹੋ ਜਿਹੇ ਬੰਦੇ ਮਤਲਬ ਸਰਕਾਰਾਂ ਸਾਡੀ CID ਲੈਣ ਲਈ, ਸਾਡੇ ਅੰਦੋਲਨ ਨੂੰ ਤਾਰ ਪੀੜੋ ਕਰਨ ਦੇ ਲਈ। ਜੋ ਬੰਦਾ ਤੁਹਾਡਾ ਕੱਲ ਗਿਆ ਸੀ, ਚਲਾ ਕਿਵੇਂ ਗਿਆ ਫਿਰ ਉੱਥੇ ਦਿੱਲੀ ਤੱਕ? ਦਿੱਲੀ ਕਿਉਂਕਿ ਤੁਸੀਂ ਜਥੇਬੰਦੀਆਂ ਗਏ ਹੋ, ਉਹ ਬੱਸ 'ਚ ਬੈਠ ਕੇ ਬੰਦਾ ਚਲਾ ਕਿੱਦਾਂ ਗਿਆ? ਤੁਹਾਨੂੰ ਸੁਚੇਤ ਹੋਣਾ ਚਾਹੀਦਾ ਨਾ। ਮੈਂ ਦੱਸਦਾ, ਅਸੀਂ 30-31 ਜਥੇਬੰਦੀਆਂ ਹੈ, ਹਰ ਇੱਕ ਜਥੇਬੰਦੀ ਦੇ ਨਾਲ ਇੱਕ ਦੋ ਬੰਦੇ ਆ। ਅਸੀਂ ਅੱਜ ਨਵੇਂ ਪਹਿਲੀ ਵਾਰੀ ਇਕੱਠੇ ਹੋਏ ਹਾਂ। ਅਸੀਂ ਮਹਿਸੂਸ ਕਰਦੇ, ਅਗਲਾ ਸੋਚਦਾ ਮੈਂ ਗਿਆ, ਮੰਨ ਲਓ ਮੇਰੇ ਨਾਲ ਇਹ ਸਾਥੀ ਗਏ ਆ ਜਾਂ ਇਹ ਸਾਥੀ ਗਏ ਆ, ਦੂਸਰਿਆਂ ਨੂੰ ਨਹੀਂ ਪਤਾ। ਅਗਲਾ ਸੋਚਦਾ ਕਿ ਫਲਾਨੀ ਜਥੇਬੰਦੀ ਹੈ, ਕਿਸੇ ਨਾ ਕਿਸੇ ਜਥੇਬੰਦੀ ਨਾਲ ਹੀ ਆਇਆ ਹੋਏਗਾ। ਔਰ ਉਹ ਜੇ ਬੰਦਿਆਂ ਨੂੰ ਜਿਹੜੇ ਅਜਿਹੇ ਤਰੀਕਿਆਂ ਦੇ ਨਾਲ ਸਾਡੇ ਉੱਥੇ ਗਏ ਆ, ਔਰ ਉਹਨੂੰ ਅਸੀਂ ਉੱਥੇ ਜਾ ਕੇ ਜਦੋਂ ਉਹਦੀਆਂ ਹਰਕਤਾਂ ਨੋਟ ਕੀਤੀਆਂ,
ਫਿਰ ਅਸੀਂ ਉਹਨੂੰ ਆਇਡੈਂਟੀਫਾਈ ਕੀਤਾ। ਅੱਜ ਫਿਰ ਸਾਡੇ ਵਿੱਚ ਉਹਨੇ ਆਉਣ ਦਾ ਯਤਨ ਕੀਤਾ ਸੀ, ਹੁਣ ਇਸੇ ਕਰਕੇ ਮੀਟਿੰਗ ਦੇ ਵਿੱਚ ਬਾਹਰ ਕੱਢਿਆ ਕਿ ਤੂੰ ਮਤਲਬ ਸਾਡੀ ਜਥੇਬੰਦੀ ਦਾ ਹਿੱਸਾ ਹੀ ਨਹੀਂ, ਸਾਡੀ ਕਿਸੇ ਮੀਟਿੰਗ ਦੇ ਵਿੱਚ ਬੈਠਣ ਦਾ ਤੈਨੂੰ ਰਾਈਟ ਹੀ ਨਹੀਂ। ਤਾਂ ਲੱਗਦਾ ਕਿ ਸਰਕਾਰਾਂ ਇਹੋ ਜਿਹੇ ਬੰਦਿਆਂ ਨੂੰ ਤੁਹਾਡੇ ਵਿੱਚ ਵਾੜ ਕੇ ਜਿਹੜਾ ਰੋਸ ਪ੍ਰਦਰਸ਼ਨ ਤੁਸੀਂ ਕਰ ਰਹੇ ਹੋ ਇਹਨੂੰ ਤੋੜਨਾ ਚਾਹੁੰਦੀਆਂ ਨੇ, ਭੰਗ ਕਰਨਾ ਚਾਹੁੰਦੀਆਂ ਨੇ, ਜਾਂ ਕਹਿ ਦੀ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਵਗਲਾ ਦਿੱਤਾ ਜਾਵੇਗਾ ਕਿ ਕੱਲ ਨੂੰ ਸਾਰਾ ਰੋਪ ਤੁਹਾਡੇ ਤੇ ਆ ਜਾਏਗਾ? ਹਾਂ, ਇਹ ਕੋਸ਼ਿਸ਼ ਹੈ ਉਹਨਾਂ ਦੀ ਯਤਨ ਹਮੇਸ਼ਾ ਅੰਦੋਲਨ ਨੂੰ ਤੋੜਨ ਵਾਲਿਆਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਅੰਦੋਲਨ ਕਿਵੇਂ ਤੋੜਿਆ ਜਾਵੇ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਤੋਂ ਸਤਰਕ ਰਹੀਏ। ਉਸ ਸਤਰਕਤਾ ਨੂੰ ਵਰਤਦਿਆਂ ਹੀ ਅਸੀਂ ਉਹਨਾਂ ਨੂੰ ਅੱਜ ਮੀਟਿੰਗ 'ਚੋਂ ਬਾਹਰ ਕੱਢਿਆ। ਜਿਸ ਤਰ੍ਹਾਂ ਤੁਸੀਂ ਸੁਣੀ ਹੈ ਸਾਰੀ ਗੱਲਬਾਤ ਕਿ ਕਿਸਾਨ ਭਵਨ ਦੇ ਵਿੱਚ ਮੀਟਿੰਗ ਕੀਤੀ ਗਈ ਸੀ, ਤਾਂ ਦੂਸਰੇ ਪਾਸੇ ਹੁਣ ਕਿਸਾਨ ਜਿਹੜੇ ਨੇ ਲਗਾਤਾਰ ਪ੍ਰਦਰਸ਼ਨ ਜਿਹੜਾ ਹੈ ਉਹ ਤੇਜ਼ ਕਰਨਗੇ, ਤਾਂ ਸਿੱਟਾ ਕੀ ਨਿਕਲੇਗਾ ਇਸ ਚੀਜ਼ ਤੋਂ ਦੇਖਣ ਵਾਲਾ ਕੀ ਹੁਣ ਜੋ 19 ਤਰੀਕ ਨੂੰ ਇੱਕ ਵਿਧਾਨ ਸਭਾ ਸੈਸ਼ਨ ਬੁਲਾਇਆ ਗਿਆ ਉਸ ਵਿੱਚ ਸਿੱਟਾ ਨਿਕਲੂਗਾ ਕਿ ਦਿੱਲੀ ਦੁਬਾਰਾ ਪੰਜਾਬ ਨੂੰ ਕਾਲ ਕਰੇਗੀ ਨਾ ਜਥੇਬੰਦੀ ਨੂੰ ਬੁਲਾਏਗੀ ਕਿ ਠੀਕ ਹੈ ਆਓ ਬੈਠੋ ਮੋਦੀ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਬਹਿ ਕੇ ਗੱਲਬਾਤ ਕਰਨੇ, ਸਮਾਂ ਦੱਸੂਗਾ। ਪਰ ਕਿਸਾਨਾਂ ਨੇ ਜਥੇਬੰਦੀ ਨੇ ਮਨ ਬਣਾ ਲਿਆ ਕਿ ਲਗਾਤਾਰ ਪ੍ਰੋਟੈਸਟ ਜਾਰੀ ਰੱਖਣਗੇ। ਉਹ ਲਗਾਤਾਰ ਹੀ ਹੁਣ ਬੀਜੇਪੀ ਦੇ ਜਿਹੜੇ ਜ਼ਿਲ੍ਹਾ ਦੇ ਵਿੱਚ ਉੱਥੇ ਵਰਕਰ ਹੈਗੇ ਨੇ ਜਾਂ ਜ਼ਿਲ੍ਹਾ ਅਧਿਕਾਰੀ ਹੈਗੇ ਨੇ ਉਹਨਾਂ ਦੀ ਜਾ ਕੇ ਉੱਥੇ ਲਗਾਤਾਰ ਰੋਸ ਧਰਨਾ ਦੇਣਗੇ, ਰੋਸ ਮਾਰਚ ਕਰਨਗੇ, ਤੇ ਕਿਸੇ ਵੀ ਰਾਜਨੀਤੀ ਪਾਰਟੀ ਨੂੰ ਇਹ ਹੁਣ ਆਪਣੇ ਅੰਦਰ ਨਹੀਂ ਆਉਣ ਦੇਣਗੇ। ਕਿਸੇ ਵੀ ਰਾਜਨੀਤੀ ਪਾਰਟੀ ਨੇ ਸਪੋਰਟ ਕਰਨੀ ਹੈ ਤਾਂ ਉਹ ਬਾਹਰ ਰਹਿ ਕੇ ਕਰ ਸਕਦਾ। ਕਿਸਾਨ ਭਵਨ ਦੇ ਵਿੱਚ ਕਿਸਾਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ, ਤਾਂ ਆਪਾਂ ਦੇਖਾਂਗੇ ਕਿ ਅੱਗੇ ਜਾ ਕੇ ਕਿਸਾਨ ਜਿਹੜੇ ਹੈਗੇ ਨੇ ਹੁਣ ਕੀ ਰੁਖ ਅਪਣਾਉਣਗੇ। ਕੱਲ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਕਿਸਾਨ ਕਿਸ ਸਥਿਤੀ ਦੇ ਵਿੱਚ ਨੇ। ਉਹ ਦੂਸਰੇ ਪਾਸੇ ਵੀ ਗੱਲ ਕਹੀ ਜਾਂਦੀ ਹੈ ਕਿ ਭੰਡਾਰ ਜਿਹੜਾ ਹੈਗਾ ਅੰਨ ਤੋਂ ਪੰਜਾਬ 'ਚੋਂ ਖਤਮ ਹੋ ਰਿਹਾ। ਸਾਡੇ ਨਾਲ ਟੁੱਡੀ ਗਏ ਨੇ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਹੁਣ ਅੱਗੇ ਰਣਨੀਤੀ ਕੀ ਹੋਏਗੀ, ਅੱਗੇ ਕਿਉਂ ਲਿਖਿਆ ਜਾਏਗਾ? ਕੱਲ ਤਾਂ ਤੁਸੀਂ ਵਾਪਸ ਆ ਗਏ ਹੋ, ਪਹਿਲਾਂ ਥੋੜ੍ਹਾ ਜਿਹਾ ਦੱਸ ਦਿਓ ਵੀ ਕੱਲ ਉੱਥੇ ਹੋਇਆ ਕੀ ਸੀ। ਉਹ ਜਿਸ ਕਿ ਤੁਸੀਂ ਉਹਦੇ ਬਿੱਲ ਪਾੜੇ ਨੇ, ਕਾਪੀਆਂ ਪਾੜੀਆਂ ਨੇ ਪੰਜਾਬੀ ਵਿੱਚ ਜੋ ਲਿਖੀਆਂ ਹੋਈਆਂ ਸੀ, ਉਸ ਨੂੰ ਲੈ ਕੇ ਅੱਜ ਕਿਸਾਨ ਕਹਿ ਰਹੇ ਨੇ ਜੋ ਤੁਸੀਂ ਕੰਮ ਕੀਤਾ ਬਹੁਤ ਵਧੀਆ ਕੀਤਾ। ਕਿ ਤੁਹਾਡੀ ਜਗ੍ਹਾ ਤੇ ਕੋਈ ਰਾਜਨੀਤੀ ਪਾਰਟੀ ਹੁੰਦੀ ਤਾਂ ਜਾ ਕੇ ਮੰਨ ਜਾਂਦੀ, ਉਹ ਸਾਈਨ ਕਰ ਜਾਂਦੀ ਜਾ ਕੇ ਵੀ ਸਾਨੂੰ ਆਰਡੀਨੈਂਸ ਮਨਜ਼ੂਰ ਨੇ? ਦੇਖੋ ਜਿਹੜਾ ਕੱਲ ਸਾਨੂੰ ਉਹਨੇ ਸੱਦਿਆ ਸੀ ਵੀ ਕੋਈ ਸੈਂਟਰ ਦਾ ਮਿਨਿਸਟਰ ਤੁਹਾਡੇ ਨਾਲ ਗੱਲਬਾਤ ਕਰੂਗਾ, ਕੋਈ ਸੈਂਟਰ ਦਾ ਮਿਨਿਸਟਰ ਨਹੀਂ ਆਇਆ। ਸੈਂਟਰ ਦੇ ਮਿਨਿਸਟਰ ਸਗੋਂ ਉਲਟਾ ਪੰਜਾਬ 'ਚ ਆ ਕੇ ਸਾਡੇ ਖਿਲਾਫ ਕੰਪੇਨ ਚਲਾਉਂਦੇ ਫਿਰਦੇ ਆ। ਇਸ ਕਰਕੇ ਅਸੀਂ ਉਹਨਾਂ ਨੂੰ ਜਿਹੜਾ ਕ੍ਰਿਸ਼ੀ ਸੈਕਟਰੀ ਸੀ ਉਹਦੇ ਨਾਲ ਗੱਲ ਕਰਨ ਤੋਂ ਇਨਕਾਰ ਕਰਤਾ। ਅਸੀਂ ਉਦੋਂ ਵਾਕਆਊਟ ਕਰਕੇ ਆ ਗਏ ਹਾਂ। ਤੇ ਮਤਲਬ ਅਸੀਂ ਜਿਹੜੇ ਇੱਥੇ ਉਹਨਾਂ ਦੇ ਮਿਨਿਸਟਰ ਆਏ ਆ ਉਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ। ਬਾਕੀ ਜਿਹੜੀ ਸਾਡੀ ਅਗਲੀ ਰਾਜਨੀਤੀ ਹੈ ਉਹ ਇਹ ਹੈ ਵੀ ਇਹ ਅੰਦੋਲਨ ਤੇਜ਼ ਤੋਂ ਤੇਜ਼ ਹੁੰਦਾ ਜਾਣਾ। ਵੇਖੋ ਪਹਿਲਾਂ ਰੇਲਵੇ ਲਾਈਨਾਂ ਤੋਂ ਸ਼ੁਰੂ ਹੋਇਆ, ਰਿਲਾਇੰਸ ਦੇ ਪੰਪ ਬੰਦ ਹੋ ਗਏ, ਰਿਲਾਇੰਸ ਦੇ ਜਿਹੜੇ ਉਹ ਸਹਿਮਤ ਜੀ ਉਹਦੇ ਉਹ ਸਿੱਟਣ ਤੱਕ ਲੋਕ ਗਏ ਆ। ਇੱਥੇ ਜਿਹੜੇ ਉਹਨਾਂ ਦੇ ਮਾਲ ਬੰਦ ਹੋ ਗਏ ਆ, ਉਹਨਾਂ ਦਾ ਜਿਹੜਾ ਟੋਲ ਪਲਾਜ਼ਾ ਪੰਜਾਬ 'ਚ ਸੀਗਾ ਸਾਰੇ ਦੇ ਸਾਰੇ ਬੰਦ ਪਏ ਆ ਇਸ ਟਾਈਮ। ਮਤਲਬ ਇੱਕ ਵੱਡਾ ਜਨ ਅੰਦੋਲਨ ਹੈ, ਇਹਦੇ ਮੂਹਰੇ ਮੋਦੀ ਸਰਕਾਰ ਖੜ੍ਹ ਨਹੀਂ। ਹੁਣ ਤੁਸੀਂ ਜਿਸ ਤਰ੍ਹਾਂ ਗੱਲਾਂ ਆ ਰਹੀਆਂ ਨੇ, ਸਰਕਾਰ ਵੱਲੋਂ ਬਿਆਨ ਵੀ ਆ ਰਹੇ ਨੇ ਕਿ ਭੰਡਾਰ ਮੁੱਕਦਾ ਜਾ ਰਿਹਾ, ਕੋਲੇ ਦੀ ਗੱਲ ਕਰ ਲਈਏ, ਰੇਲਾਂ ਨਹੀਂ ਚੱਲਦੀਆਂ, ਕਿ ਕਿਸਾਨ ਇਸ ਨੂੰ ਇਜਾਜ਼ਤ ਦੇਊਗਾ, ਰੇਲਾਂ ਚਲਾਉਣ ਦੇਊਗਾ ਹੁਣ ਜਾ ਕੇ ਅੱਗੇ ਜਾਂ ਭੰਡਾਰ ਹੋਣ ਦੇਊਗਾ? ਦੇਖੋ ਜਿਹੜੀ ਕੋਲੇ ਵਾਲੀ ਬਿਜਲੀ ਉਹ ਪ੍ਰਦੂਸ਼ਣ ਵੀ ਬਹੁਤ ਕਰਦੀ ਹੈ। ਕੱਲਾ ਉਹ ਕੋਲਾ ਬਿਜਲੀ ਨਹੀਂ ਬਣਾਉਂਦੀ, ਉਹਦੇ ਨਾਲ ਜਿਹੜਾ ਪੰਜਾਬ ਆ ਪ੍ਰਦੂਸ਼ਿਤ ਵੀ ਹੁੰਦਾ। ਅਸੀਂ ਤਾਂ ਸਮਝਦੇ ਹਾਂ ਸਗੋਂ ਉਸ ਬਿਜਲੀ ਤੋਂ ਪਾਸੇ ਦੀ ਬਿਜਲੀ ਮਿਲ ਜੇ। ਬਿਜਲੀ ਜਿਹੜੇ ਪਣ ਬਿਜਲੀ ਆ ਉਹ ਸਾਡੇ ਕੋਲ ਬਹੁਤ ਹੈਗੀ ਆ, ਲੋੜ ਜੋਗੀ ਹੈਗੀ ਆ। ਨਹੀਂ ਤਾਂ ਸਾਡੇ ਕੋਲ ਨੈਸ਼ਨਲ ਗ੍ਰਿਡ ਹੈਗਾ ਇੰਡੀਆ ਦੇ ਕਿਸੇ ਵੀ ਸੂਬੇ ਤੋਂ, ਜਦੋਂ ਮਰਜ਼ੀ ਜਿੰਨੀ ਮਰਜ਼ੀ ਬਿਜਲੀ ਅਸੀਂ ਖਰੀਦ ਲਈ। ਜਾਣੀ ਕਿ ਤੁਸੀਂ ਟਰੈਕ ਤੋਂ ਨਹੀਂ ਉੱਠੋਗੇ? ਪੱਕਾ ਟਰੈਕ ਤੋਂ ਨਹੀਂ ਉੱਠਾਂਗੇ, ਬਿਲਕੁਲ ਟਰੈਕ ਤੋਂ ਨਹੀਂ ਉੱਠਾਂਗੇ। ਡਾਇਆ ਰੇ ਆ, ਬਾਕੀ ਹੋਰ ਸਮਾਨ ਟਰੱਕਾਂ ਟਰੁੱਕਾਂ ਰਾਹੀਂ ਉਹ ਆ ਰਿਹਾ, ਆ ਜਾਣਾ। ਕਿਸੇ ਚੀਜ਼ ਦੀ ਥੋੜ ਨਹੀਂ। ਜਿੰਨੀ ਚੀਜ਼ ਕਾਰਪੋਰੇਟ ਨੇ ਜ਼ਬਤ ਕੀਤੀ ਹੈ ਉਨੀ ਦੀ ਥੋੜ ਹੈ। ਦੇਖੋ ਆਲੂ ਇਹਨਾਂ ਨੇ ਸਾਡੇ 50 ਪੈਸੇ ਕਿਲੋ ਲਏ ਆ, ਗੰਢੇ 50 ਪੈਸੇ ਲਏ ਆ, 50 ਰੁਪਏ ਵੇਚ ਰਹੇ। ਇਹ ਸਾਡੇ ਗੰਢੇ ਦੇ ਆਲੂ ਵਾਂਗੂ ਸਾਡੇ ਕਣਕ ਦੇ ਝੋਨਾ ਵੇਚਣਾ ਚਾਹੁੰਦੇ। ਹੁਣ ਜਿਸ ਤਰ੍ਹਾਂ ਟੋਲ ਪਲਾਜ਼ਾ ਜਿਹੜੇ ਹੈਗੇ ਨੇ ਉਹ ਵੀ ਤੁਸੀਂ ਬੰਦ ਕਰਵਾਏ ਹੋਏ ਨੇ, ਪੂਰੇ ਪੰਜਾਬ ਦੇ ਟੋਲ ਪਲਾਜ਼ਾ ਬੰਦ ਨੇ। ਉਸ ਵੇ ਗੱਡੀਆਂ ਤਾਂ ਲੰਘਦੀਆਂ ਨੇ, ਫਿਰ ਟੋਲ ਪਲਾਜ਼ਾ ਨਾਲ ਤੁਹਾਡੀ ਕਿੱਦਾਂ ਦੀ ਰਣਨੀਤੀ ਹੈ? ਜੇ ਕੱਲ ਨੂੰ ਕਹਿ ਦੇਣ ਵੀ ਸੰਘਰਸ਼ ਲੰਮਾ ਚੱਲਦਾ ਹੈ, ਜੇ ਟੋਲ ਪਲਾਜ਼ਾ ਦਾ ਫਿਰ ਪਰਚੀ ਕੱਟਣ ਲੱਗ ਪਣ, ਫਿਰ ਪਰਚੀ ਕਿਵੇਂ ਕੱਟਣ ਲੱਗੀ ਨੇ? ਫਿਰ ਉੱਥੇ ਆਵਾਮ ਹੈ, ਫਿਰ ਇੰਨੇ ਆਵਾਮ ਨੂੰ ਅੰਦਰ ਕਰਨਾ ਪਊ, ਜਿਹੜਾ ਸਾਰਾ ਪੰਜਾਬ ਅੰਦਰ ਕਰਨਾ ਪਊ। ਜੇ ਐਡੀਆਂ ਤਾਂ ਜੇਲ੍ਹਾਂ ਵੀ ਹੈ ਨਹੀਂ ਪੰਜਾਬ ਕੋਲ, ਜਿੰਨੇ ਸਾਡੇ ਕੋਲ ਲੋਕ ਹੈ ਐਡੀਆਂ ਜੇਲ੍ਹਾਂ ਨਹੀਂ ਹੈ। ਜੇਲ੍ਹਾਂ ਪਹਿਲਾਂ ਹੀ ਤੂੜੀਆਂ ਪਈਆਂ। ਇਹ ਤਾਂ ਅਸੀਂ ਲੱਖਾਂ ਲੋਕ ਜੇਲ੍ਹਾਂ 'ਚ ਭੇਜ ਦਿਆਂਗੇ, ਲੱਖਾਂ ਜੇਲ੍ਹਾਂ ਭਰ ਦਿਆਂਗੇ। ਇਹ ਕੋਈ ਛੋਟਾ ਘੋਲ ਨਹੀਂ ਹੈ। ਇਸ ਝੋਲ ਨੇ ਹਿੰਦੁਸਤਾਨ ਦੀ ਦਿਸ਼ਾ ਬਦਲ ਦੇਣੀ।
ਜਿਸ ਤਰ੍ਹਾਂ ਬੀਜੇਪੀ ਦੇ ਅਸ਼ਵਨੀ ਕੁਮਾਰ ਤੇ ਹਮਲਾ ਹੋਇਆ, ਹੁਣ ਰਾਜਨੀਤੀ ਤੇਜ਼ ਹੋ ਗਈ ਹੈ। ਕਾਂਗਰਸ ਨੇ ਕੀਤਾ, ਕਹਿੰਦੇ ਹਮਲਾ ਉਹ ਆਪ ਕਹਿ ਰਹੇ ਨੇ, ਦੂਸਰੇ ਪਾਸੇ ਡੀਜੀਪੀ ਦਾ ਵੀ ਬਿਆਨ ਆ ਜਾਂਦਾ ਕਿ 25 ਕਿਸਾਨਾਂ ਨੇ ਕੀਤਾ। ਫਿਰ ਜੋ ਹਮਲਾ ਹੋਇਆ ਉਸ ਦੀ ਅਸੀਂ ਵੀ ਨਿੰਦਾ ਕਰਦੇ ਵੀ ਹਮਲਾ ਨਹੀਂ ਹੋਣਾ ਚਾਹੀਦਾ ਸੀ। ਤੁਹਾਡਾ ਕੀ ਸਟੈਂਡ ਸਪਸ਼ਟ ਹੈ, ਵਾਕਈ ਕਿਸਾਨਾਂ ਨੇ ਕੀਤਾ ਕਿ ਇਹ ਵੀ ਇੱਕ ਰਾਜਨੀਤੀ ਵੱਲੋਂ ਹਮਲਾ ਜਿਹੜਾ ਹੈਗਾ ਉਸ ਵਿੱਚ ਉਲਝ ਕੇ ਰਹਿ ਗਿਆ? ਹਮਲਾ ਉਹ ਮਾਮੂਲੀ ਗੱਲ ਹੈ, ਜਾਣ ਬੁੱਝ ਕੇ ਉਹਨੂੰ ਵੱਡੀ ਬਣਾਇਆ ਜਾ ਰਿਹਾ ਹੈ। ਇੱਕ ਮਿੰਟ ਜਦੋਂ ਕੋਈ ਕਿਸੇ ਦੇ ਇਕੱਠ ਵਿੱਚ ਦੀ ਲੰਘਦਾ ਹੈ, ਕੋਈ ਇੱਧਰ ਉੱਧਰ ਡੰਡਾ, ਕੋਈ ਹੋਰ ਮਾੜਾ ਮੋਟਾ, ਕੋਈ ਬਹੁਤਾ ਨੁਕਸਾਨ ਨਹੀਂ ਹੋਇਆ। ਗੱਡੀ ਉਹਨਾਂ ਨੇ ਆਪ ਜਾ ਕੇ ਭੰਨੀ ਹੈ। ਅਸੀਂ ਕਹਿੰਦੇ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਜਿਨ੍ਹਾਂ ਨੇ ਗੱਡੀ ਭੰਨੀ ਹੈ। ਜੇ ਕਿਸਾਨ ਦੋਸ਼ੀ ਨਿਕਲਦੇ ਨੇ, ਮੇਰੇ ਸੁਣੋ, ਜੇ ਬੀਜੇਪੀ ਦੇ ਵਰਕਰਾਂ ਨੇ ਭੰਨੀ ਹੋਵੇ ਫਿਰ ਉਹਨਾਂ ਦੇ ਪਰਚੇ ਨਹੀਂ ਦਰਜ ਹੋਣੇ ਚਾਹੀਦੇ। ਅਸੀਂ ਕਹਿੰਦੇ ਉਹਨਾਂ ਦੇ ਪਰਚੇ ਇਹ ਵੀ ਦਰਜ ਹੋਣੇ ਚਾਹੀਦੇ ਆ। ਜਿਹੜਾ ਉਹ ਕਹਿੰਦੇ ਆ ਵੀ ਜਿਹੜੇ ਕਿਸਾਨ ਵਰਕਰ ਹੈ ਆਉਣਗੇ ਤੁਰ ਕੇ ਤੇ ਜਾਣਗੇ ਸਟ੍ਰੈਚਰਾਂ ਤੇ, ਕੀ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਇਹਦੇ 'ਚ? ਇਸ ਗੱਲ 'ਤੇ ਉਹਨਾਂ ਦੇ ਅਸੀਂ ਕਹਿੰਦੇ ਬੀਜੇਪੀ ਇਹ ਤਾਂ ਕਾਂਗਰਸ ਦੀ ਨਰਮੀ ਹੈ, ਕਾਂਗਰਸ ਦੀ ਨਰਮੀ ਹੈ। ਉਹਨਾਂ ਦੇ ਸਾਰੇ ਜਿਹੜੇ ਬੀਜੇਪੀ ਦੇ ਲੀਡਰ ਹੈ ਉਹ ਜੇਲ੍ਹਾਂ 'ਚ ਸਿੱਟਣੇ ਚਾਹੀਦੇ ਇਸ ਗੱਲ 'ਤੇ। ਕੱਲ ਹਰਿਆਣਾ ਦੇ ਵਿੱਚ ਇੱਕ ਪਰਚਾ ਹੋ ਗਿਆ, ਸਿਰਫ ਇੰਨੀ ਗੱਲ ਹੀ ਕਹੀ ਗਈ ਸੀ ਕਿ ਅਸੀਂ ਮੋਦੀ ਦਾ ਪੁਤਲਾ ਫੂਕਾਂਗੇ, ਪਰਚਾ ਦਰਜ ਹੋ ਗਿਆ। ਹੁਣ ਜੇ ਪੰਜਾਬ ਵਿੱਚ ਤੁਸੀਂ ਕਹੋਗੇ ਪੁਤਲਾ ਫੂਕਾਂਗੇ, ਜੇ ਤੁਹਾਡੇ ਦੇ ਕਾਨੂੰਨ ਪਰਚੇ ਦਰਜ ਹੁੰਦੇ ਨੇ? ਪਰਚੇ ਤੋਂ ਅਸੀਂ ਡਰਦੇ ਹੀ ਨਹੀਂ, ਜਿੰਨੇ ਮਰਜ਼ੀ 6600 ਪਰਚਾ ਇਹਨੇ ਰਾਜੇ ਅਮਰਿੰਦਰ ਸਿੰਘ ਨੇ ਸਾਡੇ ਤੇ ਦਰਜ ਕੀਤਾ। ਉਹਨਾਂ ਦਾ ਕਈ ਰੱਦ ਵੀ ਕੀਤੇ ਸੀ। ਜੋ ਪਰਚਿਆਂ ਨਾਲ ਥੋੜ੍ਹਾ ਅਸੀਂ ਡਰਦੇ ਹਾਂ। ਜੇ ਪਰਚਿਆਂ ਤੋਂ ਡਰਨਾ ਹੋਵੇ ਫਿਰ ਐਜੀਟੇਸ਼ਨਾਂ ਨਹੀਂ ਚੱਲਦੀਆਂ। ਜੇ ਪਰਚਿਆਂ ਤੋਂ ਡਰਨਾ ਹੋਵੇ, ਪਰਚਿਆਂ ਤੋਂ ਡਰ ਕੇ ਐਜੀਟੇਸ਼ਨਾਂ ਨਹੀਂ ਚੱਲਦੀਆਂ। ਫਿਰ ਜਿਸ ਗੱਲ ਬੀਜੇਪੀ ਦੇ ਜਿਹੜੇ ਲੀਡਰ ਹੈਗੇ ਨੇ ਪੰਜਾਬ 'ਚ ਆ ਕੇ ਮੀਟਿੰਗਾਂ ਕਰਦੇ ਨੇ, ਵਰਚੁਅਲ ਸਮਝਾ ਰਹੇ ਨੇ ਕਿ ਬਿੱਲ ਦੇ ਫਾਇਦੇ ਕੀ ਨੇ, ਫਿਰ ਉਹਨਾਂ ਨੂੰ ਲੈ ਕੇ ਤੁਸੀਂ ਘਰਾਓ ਕਰਨਗੇ? ਕਿਸ ਸਿੱਖ ਨਾਲ ਜਾ ਕੇ ਰਣਨੀਤੀ ਕਿਸਾਨਾਂ ਨੇ ਬਣਾਈ ਹੈ? ਘਰਾਓ ਕਰਾਂਗੇ, ਉਹਨਾਂ ਨੂੰ ਘਰਾਓ ਕਰਾਂਗੇ। 1 ਇੰਚ ਵੀ ਨਹੀਂ ਹਿੱਲਣ ਦੇਵਾਂਗੇ, ਸ਼ਹਿਰਾਂ 'ਚ ਨਹੀਂ ਵੜਨ ਦੇਵਾਂਗੇ। ਕੱਲ ਸੰਗਰੂਰ ਆਇਆ, ਸੰਗਰੂਰ ਸਾਡੇ ਵਰਕਰਾਂ ਨੇ ਕਾਲੇ ਝੰਡਿਆਂ ਨਾਲ ਉਹਨਾਂ ਦਾ ਮੁਜ਼ਾਹਰਾ ਕੀਤਾ। ਜਿੱਥੇ ਵੀ ਜਾਣਗੇ, ਜਿਵੇਂ ਕਿਸੇ ਟਾਈਮ ਉਹ ਰੋਲ ਟੈਕਸ ਦੇ ਖਿਲਾਫ ਭਗਤ ਸਿੰਘ ਆਉਣਾ ਵੇਲੇ ਲੋਕ ਝੰਡੇ ਲੈ ਕੇ ਨਿਕਲਦੇ ਸੀ, ਉਸ ਤਰ੍ਹਾਂ ਝੰਡੇ ਲੈ ਕੇ ਨਿਕਲਣਗੇ। ਮੇਰਾ ਹੋਰ ਸਵਾਲ ਹੈ ਕਿ ਜਿਸ ਤਰੀਕੇ ਨਾਲ ਹੁਣ ਬੀਜੇਪੀ ਦਾ ਗੱਲ ਕਰਨ ਤੇ ਲੱਗਿਆ ਹੋਇਆ ਕਿ ਇਹ ਬਿੱਲ ਜਿਹੜੇ ਹੈਗੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹੈਗੇ ਨੇ, ਤੁਹਾਨੂੰ ਲੱਗਦਾ ਜਦੋਂ 2022 ਦੀ ਚੋਣਾਂ ਆਣਗੀਆਂ, ਇਹੀ ਬੀਜੇਪੀ ਦੇ ਅੱਜ ਵਰਚੁਅਲ ਮੀਟਿੰਗਾਂ ਕਰ ਰਹੇ ਨੇ, ਕੱਲ ਨੂੰ ਵੋਟਾਂ ਲੈਣ ਲਈ ਘਰ ਘਰ ਜਾ ਪਾਣਗੇ? ਜੇ ਬਿੱਲ ਸਾਡੇ ਹੱਕ 'ਚ ਹੈ ਤੇ ਮੈਨੂੰ ਉਹਨੂੰ ਇੰਨੀ ਕੀ ਹੈ ਵੀ ਮਤਲਬ ਇਹ ਉਹ ਸਾਡੇ ਤੇ ਲਾਗੂ ਕਰੇ ਵੀ ਉਹ ਜ਼ੋਰ ਲਾਵੇ ਵੀ ਤੁਸੀਂ ਇਹ ਬਿੱਲ ਲਓ ਮੈਥੋਂ, ਜਦੋਂ ਅਸੀਂ ਬਿੱਲ ਲੈਣਾ ਹੀ ਨਹੀਂ ਚਾਹੁੰਦੇ ਉਤੋਂ। ਤੇ ਜੇ ਉਹ ਕਿਸਾਨ ਉਹਦਾ ਕਹਿੰਦਾ ਤੁਹਾਡਾ ਭਲਾ ਕਰਨਾ ਚਾਹੁੰਦੇ ਕਿਸਾਨ, ਭਲਾ ਕੀ ਸਾਨੂੰ ਮਾਰਨਾ ਚਾਹੁੰਦਾ ਉਹ। ਮਾਸੀ ਸਾਹਮਣੇ ਸਾਡੇ ਡੈਥ ਵਾਰੰਟ ਆਏ, ਕਿਸਾਨੀ ਬਚਣੀ ਨਹੀਂ। ਕੱਲ ਨੂੰ 2022 ਦੇ ਵਿੱਚ ਬੀਜੇਪੀ ਵਾਲੇ ਲੋਕੀ ਤੁਹਾਨੂੰ ਲੱਗਦਾ ਕਿ ਵੋਟਾਂ ਲੈਣ ਜਾਣਗੇ ਪਿੰਡਾਂ 'ਚ? ਇਹ ਤਾਂ ਬੀਜੇਪੀ ਵੇਖੇ ਸਾਨੂੰ ਵੋਟਾਂ ਮਿਲਣਗੀਆਂ ਕਿ ਨਹੀਂ ਮਿਲਣਗੀਆਂ। ਮੈਨੂੰ ਤਾਂ ਲੱਗਦਾ ਖੇਤਰ ਭਾਵੇਂ ਮਿਲ ਜਾਣ, ਹੋਰ ਉਹਨਾਂ ਨੂੰ ਕੁਛ ਨਹੀਂ ਮਿਲ ਸਕਦਾ ਇਹ ਤੋਂ ਪੰਜਾਬ 'ਚ। ਜੋ 19 ਤਰੀਕ ਨੂੰ ਇੱਕ ਵਿਧਾਨ ਸਭਾ ਵਿੱਚ ਸੈਸ਼ਨ ਬੁਲਾਇਆ ਗਿਆ, ਉਮੀਦ ਰੱਖਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਤੁਹਾਡੇ ਹੱਕ ਵਿੱਚ ਆਣਗੇ, ਉਹ ਜੋ ਬਿੱਲ ਨੇ ਰੱਦ ਕਰਨਗੇ? ਦੇਖੋ, ਅਸੀਂ ਉਹਨਾਂ ਨੂੰ ਕਿਹਾ ਸੀ ਪਹਿਲਾਂ 29 ਤਰੀਕ ਨੂੰ ਕਿਹਾ ਸੀ ਵੀ ਅਸੈਂਬਲੀ ਸੈਸ਼ਨ ਬੁਲਾਓ, ਉਹਦੇ 'ਚ ਇਸ ਬਿੱਲ ਨੂੰ ਰੱਦ ਕਰੋ ਤੇ ਜਾਂ ਕੋਈ ਉਹ ਬਿੱਲ ਲਿਆਓ ਜਿਹੜਾ ਕਿਸਾਨ ਪੱਖੀ ਹੋਵੇ, ਜਿਹੜਾ ਸਾਡਾ ਪੁਰਾਣੇ ਢਾਂਚੇ ਨੂੰ। ਜੇ ਉਹਨਾਂ ਨੇ ਮਤਾ ਨਾ, ਜੇ ਬਾਈ ਚਾਂਸ ਨਹੀਂ ਪਾਸ ਕਰਦੇ ਬਿੱਲ ਜਾਂ ਨਹੀਂ ਕਰਦੇ, ਫਿਰ ਤੁਸੀਂ ਅੱਗੇ ਕੀ ਕਰੋਗੇ? ਉਹ ਤਾਂ ਉਹਨਾਂ ਨੇ ਸੱਦੇ ਹੀ ਇਸੇ ਲਈ ਹੈ। ਉਹ ਜਿਹੜਾ ਇਜਲਾਸ ਸੱਦਿਆ, ਗਵਰਨਰ ਸਾਈਨ ਕਰ ਦੂਗਾ ਬੀਜੇਪੀ ਦਾ, ਗਵਰਨਰ ਅੱਗੇ ਜਾ ਕੇ ਨਹੀਂ ਕਰੂ ਤਾਂ ਗਵਰਨਰ ਘੇਰ ਲਾਂਗੇ। ਗਵਰਨਰ ਨੂੰ ਕਿਹੜੇ ਕਿ ਗਵਰਨਰ ਦੇ ਬਾਹਰ 'ਚ ਚਲੇ ਜਾਵਾਂਗੇ। ਗਵਰਨਰ ਨੂੰ ਉਹਨਾਂ ਚਿਰ ਨਹੀਂ ਉੱਠਦੇ ਜਿੰਨਾ ਚਿਰ ਸਾਈਨ ਨਹੀਂ ਕਰਦਾ। ਇਹ ਸਰ ਠੀਕ ਹੈ, ਜਿਵੇਂ ਤੁਸੀਂ ਸੁਣਿਆ ਕਿ ਜਿਸ ਤਰੀਕੇ ਨਾਲ ਹੁਣ ਜਿਹੜੀ ਬਿੱਲਾਂ ਦੇ ਉੱਤੇ ਆ ਕੇ ਗੱਲ ਫਸਦੀ ਦੀ ਨਜ਼ਰ ਆ ਰਹੀ ਹੈ, ਤੇ ਦੂਸਰੇ ਪਾਸੇ ਲਗਾਤਾਰ ਹੀ ਪ੍ਰੋਟੈਸਟ ਜਿਹੜਾ ਉਹ ਤੇਜ਼ ਹੋਏਗਾ। ਔਰ ਜਿਸ ਤਰੀਕੇ ਨਾਲ 19 ਤਰੀਕ ਨੂੰ ਕਾਂਗਰਸ ਨੇ ਵਿਧਾਨ ਸਭਾ ਵਿੱਚ ਇੱਕ ਸੈਸ਼ਨ ਬੁਲਾਇਆ, ਸੈਸ਼ਨ ਦੇ ਵਿੱਚ ਬਿੱਲਾਂ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਗੁਹਾਰ ਲਈ ਸੀ ਕਿਸਾਨਾਂ ਨੇ। ਉਹ ਬਿੱਲ ਰੱਦ ਹੋਣਗੇ ਤਾਂ ਅੱਗੇ ਜਾ ਕੇ ਸਵਾਲ ਖੜਾ ਹੋਊਗਾ ਕਿ ਗਵਰਨਰ ਸਾਈਨ ਕਰੂਗਾ, ਕਿਉਂਕਿ ਗਵਰਨਰ ਵੀ ਜੋ ਹੈ ਉਹ ਬੀਜੇਪੀ ਦਾ ਹੈ।